ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਹੀ ਗੁਰਮੁਖ ਪਿਆਰਿਆਂ ਨੂੰ ਜੀ ਆਇਆਂ। ਜਿਸ ਤਰ੍ਹਾਂ ਆਪ ਜੀ ਜਾਣਦੇ ਹੀ ਹੋ ਕਿ ਹਰ ਸੋਮਵਾਰ ਇਹ ਸੈਸ਼ਨ ਸਵਾਲ ਜਵਾਬ ਦਾ ਹੁੰਦਾ ਹੈ। ਜੋ ਸਵਾਲ ਆਪ ਜੀ ਪੂਰੇ ਹਫ਼ਤੇ ਵਿੱਚ ਭੇਜਦੇ ਹੋ ਉਹਨਾਂ ਦੇ ਉੱਤਰ ਸਤਿਗੁਰੂ ਜੀ ਦੀ ਬਖਸ਼ੀ ਹੋਈ ਮੱਤ ਅਨੁਸਾਰ ਜਿੰਨੀ ਕੁ ਸੋਝੀ ਗੁਰੂ ਪਾਤਸ਼ਾਹ ਨੇ ਬਖਸ਼ੀ ਹੈ ਉਹ ਪੈਨਲ ਮੈਂਬਰਸ ਵੱਲੋਂ ਦਿੱਤੇ ਜਾਂਦੇ ਹਨ। ਇਹਨਾਂ ਸਵਾਲਾਂ ਦੇ ਉੱਤਰਾਂ ਦਾ ਜਵਾਬਾਂ ਦਾ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਪੰਥ ਪ੍ਰਵਾਨ ਸਿੱਖ ਰਹਿਤ ਮਰਿਆਦਾ ਔਰ ਸਤਿਗੁਰੂ ਜੀ ਦੇ ਪਿਆਰੇ ਗੁਰਸਿੱਖਾਂ ਵੱਲੋਂ ਜੋ ਮਿਹਨਤ ਕੀਤੀ ਹੈ ਉਹਨਾਂ ਦੀਆਂ ਕਿਤਾਬਾਂ, ਪੁਸਤਕਾਂ, ਮਹਾਨ ਕੋਸ਼, ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ, ਇਹਨਾਂ ਦੇ ਸਹਾਇਤਾ ਲੈ ਕੇ ਹੋਰ ਵੀ ਕਿਤਾਬਾਂ ਹਨ ਜਿਨ੍ਹਾਂ ਤੋਂ ਸਹਾਇਤਾ ਲੈ ਕੇ ਜਵਾਬ ਤਿਆਰ ਕੀਤੇ ਜਾਂਦੇ ਹਨ। ਹਰ ਵਾਰੀ ਜਿਵੇਂ ਬੇਨਤੀ ਕਰਦੇ ਹਾਂ ਕਿ ਇਹ ਗੁਰਮਤਿ ਦਾ ਵਿਸ਼ਾ ਇੰਨਾ ਡੂੰਘਾ ਹੈ ਕਿ ਇਹਦੀ ਗਹਿਰਾਈ ਤੱਕ ਜਾਣਾ ਸਾਡੇ ਵੱਸ ਦੀ ਬਾਤ ਨਹੀਂ ਹੈ। ਗੁਰੂ ਬਖਸ਼ਿਸ਼ ਕਰੇ, ਸੇਵਾ ਚਲਾਈ ਰੱਖੇ। ਜਿੰਨੀ ਕੁ ਮੱਤ ਸਤਿਗੁਰੂ ਬਖਸ਼ਦੇ ਹਨ ਉਹਦੇ ਅਨੁਸਾਰ ਹੀ ਇਹ ਜੋ ਤਿਆਰੀ ਜਵਾਬਾਂ ਦੀ ਹੈ ਆਪ ਜੀ ਦੇ ਨਾਲ ਸਾਂਝੀ ਕਰ ਦਿੱਤੀ ਜਾਂਦੀ ਹੈ। ਇਸ ਦੇ ਸੰਬੰਧੀ ਹੋਰ ਕੋਈ ਵਿਚਾਰ ਹੋਣ, ਕਿਸੇ ਦੇ ਵਿਚਾਰ ਹੋਣ ਤਾਂ ਉਹ ਗਰੁੱਪ ਦੇ ਵਿੱਚ ਚੈਟ ਰਾਹੀਂ ਜਾਂ ਮੈਸੇਜ ਕਰਕੇ ਭੇਜੇ ਜਾ ਸਕਦੇ ਹਨ ਤਾਂ ਕਿ ਉਹਨਾਂ ਦੇ ਅੰਦਰ ਉਹਨਾਂ ਦੀ ਉੱਤੇ ਵੀ ਵਿਚਾਰ ਕੀਤੀ ਜਾ ਸਕੇ। ਤਾਂ ਇਹ ਸਵਾਲ ਜਵਾਬ ਦਾ ਸੈਸ਼ਨ ਸਾਡੇ ਵੱਡੇ ਵੀਰ ਜੀ ਸਰ ਰਾਜਾ ਸਿੰਘ ਜੀ ਦੀ ਸੇਵਾ ਹੈ। ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਹਾਂ ਵੀ ਰਾਜਾ ਸਿੰਘ ਜੀ ਨੂੰ ਕਿ ਅੱਜ ਦਾ ਇਹ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕੀਤਾ ਜਾਵੇ ਔਰ ਆਪ ਜੀ ਵੱਲੋਂ ਪੁੱਛੇ, ਗੁਰੂ ਪਿਆਰਿਆਂ ਵੱਲੋਂ ਪੁੱਛੇ ਹੋਏ ਸਵਾਲਾਂ ਦੇ ਜਵਾਬ ਜਿਹੜੇ ਹਨ ਉਹ ਦੇਣ ਦੀ ਕੋਸ਼ਿਸ਼ ਕਰੀਏ ਜੀ। ਵੀਰ ਰਾਜਾ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੇ ਕੀ ਸਾਰੀ ਸੰਗਤ ਦਾ ਸਵਾਗਤ ਹੈ ਜੀ। ਤੋ ਅੱਜ ਦਾ ਜੋ ਇਹ ਸਵਾਲ ਜਵਾਬ ਸੈਸ਼ਨ ਹੈ ਉਹ ਆਪਾਂ ਪ੍ਰਾਰੰਭ ਕਰਦੇ ਹਾਂ ਜੀ। ਹਰ ਹਫਤੇ ਦੀ ਤਰ੍ਹਾਂ ਇਸ ਹਫਤੇ ਵੀ ਸਾਡੇ ਕੋਲ ਜੋ ਆਪਣੇ ਵੀਰਾਂ ਭੈਣਾਂ ਵੱਲੋਂ ਸਵਾਲ ਆਏ ਹਨ ਉਹ ਵੱਖ-ਵੱਖ ਟੌਪਿਕਸ ਤੇ ਨੇ। ਕੋਈ ਰਾਗਾਂ ਬਾਰੇ ਹੈ, ਕੋਈ ਉਚਾਰਨ ਬਾਰੇ ਹੈ ਤੇ ਕੋਈ ਇਤਿਹਾਸ ਬਾਰੇ ਹੈ। ਤੋ ਆਓ ਆਪਾਂ ਇੱਕ ਇੱਕ ਸਵਾਲ ਕਰਕੇ ਲੈਂਦੇ ਹਾਂ। ਤੋ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦੇ ਹਾਂ ਕਿ ਪਿੱਛੇ ਗੱਲਬਾਤ ਚੱਲਦਿਆਂ ਦਾਸ ਨੇ ਕਿਹਾ ਸੀ ਗੁਰੂ ਗ੍ਰੰਥ ਸਾਹਿਬ ਵਿੱਚ 31 ਰਾਗ ਨੇ, ਤਾਂ ਸੰਗਤ ਵੱਲੋਂ ਆਇਆ ਸੀ ਵੀ 31 ਰਾਗਾਂ ਦੇ ਇਲਾਵਾ ਹੋਰ ਉਪ ਰਾਗ ਵੀ ਹਨ। ਠੀਕ ਹੈ ਗੱਲ। ਤੋ ਇਸ ਗੱਲ ਨੂੰ ਸਪਸ਼ਟ ਕਰਨ ਲਈ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਰਾ ਗੁਰੂ ਗ੍ਰੰਥ ਸਾਹਿਬ ਰਾਗਾਂ ਵਿੱਚ ਹੈ, ਤੋ ਕਿਹੜੇ ਕਿਹੜੇ ਰਾਗ ਨੇ ਜਾਂ ਰਾਗਣੀਆਂ ਨੇ, ਇਹਨਾਂ ਬਾਰੇ ਸੰਖੇਪ ਜੀ ਜਾਣਕਾਰੀ ਮੈਂ ਬੇਨਤੀ ਕਰ ਰਿਹਾ ਵੀਰ MP ਸਿੰਘ ਜੀ ਨੂੰ ਵੀ ਉਹ ਕਿਰਪਾ ਕਰਕੇ ਸੰਗਤ ਨੂੰ ਦੱਸਣ ਜੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਰਾਗਾਂ ਦੀ ਕੀ ਤਰਤੀਬ ਹੈ। ਵੀਰ MP ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਨੀਆ ਦੇ ਇਕਲੌਤੇ ਐਸੇ ਧਾਰਮਿਕ ਗ੍ਰੰਥ ਹਨ ਜਿਹਦੇ ਬਾਣੀ ਦੀ ਤਰਤੀਬ ਜਿਹੜੀ ਹੈ ਉਹ ਰਾਗਾਂ ਦੇ ਅਨੁਸਾਰ ਹੈ। ਕਿਸੇ ਸਬਜੈਕਟ ਦੇ ਜਾਂ ਕਿਸੇ ਹੋਰ ਖਿਆਲ ਦੇ ਮੁਤਾਬਕ ਜਾਂ ਕੋਈ ਹਿਸਟੋਰੀਕਲ ਇਵੈਂਟਸ ਦੇ ਮੁਤਾਬਕ ਜਾਂ ਡੇਟ ਮੁਤਾਬਕ ਇਸ ਤਰ੍ਹਾਂ ਦੀ ਕੋਈ ਤਰਤੀਬ ਨਹੀਂ ਹੈ, ਬਲਕਿ ਰਾਗਾਂ ਦੇ ਅਨੁਸਾਰ, ਫਿਰ ਰਾਗਾਂ ਦੇ ਅੰਦਰ ਅੱਗੋਂ ਗੁਰੂ ਵਿਅਕਤੀਆਂ ਦੇ ਅਨੁਸਾਰ ਤਰਤੀਬ ਇਹਦੀ ਬਣਾਈ ਗਈ ਹੈ। ਤੋ ਸਭ ਤੋਂ ਆਰੰਭ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿੱਚ ਸਭ ਤੋਂ ਪਹਿਲਾਂ ਜਪ ਬਾਣੀ ਹੈ। ਉਸ ਤੋਂ ਬਾਅਦ ਸੋਦਰ ਅਤੇ ਸੋਪੁਰਖ ਤੇ ਜੋ 9 ਸ਼ਬਦ ਹਨ, ਜੋ ਸ਼ਾਮ ਦੀ ਸਾਡੀ ਨਿਤਨੇਮ ਦੀ ਬਾਣੀ ਹੈ। ਉਸ ਤੋਂ ਬਾਅਦ ਸੋਹਿਲੇ ਦੇ 5 ਸ਼ਬਦ ਹਨ। ਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ 14 ਤੋਂ
ਜੋ ਹੈ ਰਾਗਾਂ ਦੀ ਬਾਣੀ ਦੀ ਤਰਤੀਬ ਜਿਹੜੀ ਹੈ ਉਹ ਸ਼ੁਰੂ ਹੁੰਦੀ ਹੈ। ਵੈਸੇ ਜਿਹੜੇ ਸੋਹਿਲੇ ਔਰ ਸੋਦਰ ਸੋਪੁਰਖ ਦੇ ਸ਼ਬਦ ਹਨ, ਉਹ ਸ਼ਬਦ ਵੀ ਰਾਗਾਂ ਦੇ ਅਨੁਸਾਰ ਹੀ ਹਨ, ਰਾਗਾਂ ਦੇ ਵਿੱਚ ਹੀ ਅੰਕਿਤ ਕੀਤੇ ਹੋਏ ਹਨ, ਪਰ ਉਹ ਕਿਸੇ ਖਾਸ ਰਾਗ ਤਰਤੀਬ ਦੇ ਵਿੱਚ ਉਂਝ ਨਹੀਂ ਦਿੱਤੇ ਗਏ। ਜੋ ਉਸ ਬਾਣੀ ਦੀ ਜੋ ਤਰਤੀਬ ਹੈ ਉਹਦੇ ਮੁਤਾਬਕ ਹੀ ਉਹਨਾਂ ਨੂੰ ਅੰਕਿਤ ਕੀਤਾ ਗਿਆ ਹੈ। ਰਾਗ ਵਾਈਜ਼ ਜਿਹੜੀ ਗੁਰਬਾਣੀ ਹੈ ਉਹ ਆਰੰਭ 14 ਅੰਕ ਤੋਂ ਹੁੰਦੀ ਹੈ। ਸਭ ਤੋਂ ਪਹਿਲਾ ਰਾਗ ਜਿਹੜਾ ਉਹਦੇ ਅੰਦਰ ਸ੍ਰੀ ਰਾਗ ਹੈ। ਇੱਕ ਗੱਲ ਹੋਰ, ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੰਡ ਕੀਤੀ ਗਈ ਹੈ ਉਹ ਪ੍ਰਮੁੱਖ 31 ਰਾਗਾਂ ਦੇ ਅਨੁਸਾਰ ਹੀ ਹੈ। ਜਿਹੜੇ ਉਪ ਰਾਗ ਹਨ ਜਾਂ ਮਿਸ਼ਰਿਤ ਰਾਗ ਹਨ, ਉਹ ਮੇਨ ਰਾਗਾਂ ਦੇ ਅੰਦਰ ਹੀ ਉਹਨਾਂ ਨੂੰ ਦਰਜ ਕੀਤਾ ਗਿਆ ਹੈ। ਉਹਨਾਂ ਦੀ ਤਰਤੀਬ ਵੀ ਰਾਗਾਂ ਦੇ ਅੰਦਰ ਗੁਰੂ ਵਿਅਕਤੀ ਦੇ ਮੁਤਾਬਕ ਜਾਂ ਜੋ ਸ਼ਬਦਾਂ ਦੀ ਬਣਤਰ ਹੈ ਕਿ ਕਿਹੜੇ ਘਰ ਦੇ ਸ਼ਬਦ ਨੇ, ਜਾਂ ਉਹ ਚੌਪਦੇ ਨੇ, ਦੁਪਦੇ ਨੇ ਜਾਂ ਅਸ਼ਟਪਦੀਆਂ ਨੇ, ਉਹਨਾਂ ਦੇ ਮੁਤਾਬਕ ਜਿਸ ਤਰ੍ਹਾਂ ਦਾ ਜੋ ਨਿਯਮ ਹੈ ਉਹਦਾ ਉਹ ਫਾਲੋ ਕੀਤਾ ਗਿਆ ਹੈ। ਉਪ ਰਾਗ ਦੇ ਅਨੁਸਾਰ ਕੋਈ ਉਹਨਾਂ ਦਾ ਵੱਖਰਾ ਸੰਗ੍ਰਹਿ ਨਹੀਂ ਕ੍ਰੀਏਟ ਕੀਤਾ ਗਿਆ। तो जे अगर असी रागां के अनुसार ग्रंथ साहब के अंदर अगर उन्होंने चैप्टर्स मन के चलीए तो 14 अंक तो लैके 1353 अंक तक 31 चैप्टर ही बननगे जिन्हें 31 रागां के जिन्हों के हैडिंग ने। तो सब तो पहला राग श्री राग है जो अंक 14 तो शुरू होता है। दूसरा राग है माझ राग जो अंक 94 तो शुरू होता है। फिर 151 अंक तो राग गौड़ी आरंभ होता है। गौड़ी राग के अंदर गौड़ी एक मुख राग तो इलावा 11 होर ओदियां प्रकार ने। कुल गौड़ी मिला के मतलब 12 किस्म की है। एक मेन गौड़ी, फिर गौड़ी ग्वारेरी, फिर गौड़ी दखनी, गौड़ी चेती, गौड़ी बैरागन, गौड़ी पूर्वी दीपकी, गौड़ी पूर्वी, गौड़ी दीपकी। तो ये नोट करने वाली गल है कि ये 3 रागां के मिश्रत के नाल 3 ਵੱਖੋ ਵੱਖਰੇ ਕੰਬੀਨੇਸ਼ਨ ਦੇ ਮੁਤਾਬਕ ਇਹਨਾਂ ਦੇ ਪ੍ਰਕਾਰ ਵੀ 3 ਵੱਖਰੇ ਨੇ। ਗੌੜੀ ਪੂਰਬੀ ਦੀਪਕੀ ਇੱਕ ਰਾਗ ਹੈ, ਗੌੜੀ ਪੂਰਬੀ ਦੂਜਾ, ਗੌੜੀ ਦੀਪਕੀ ਤੀਸਰਾ। ਇਹ ਇਸ ਤਰ੍ਹਾਂ 3 ਰਾਗ ਇਹ ਵਿਚਕਾਰ ਗੌੜੀ ਦੇ ਪ੍ਰਕਾਰ ਨੇ। ਫਿਰ ਇਸ ਤੋਂ ਬਾਅਦ ਗੌੜੀ ਮਾਝ, ਗੌੜੀ ਮਾਲਵਾ, ਗੌੜੀ ਮਾਲਾ ਤੇ ਗੌੜੀ ਸੋਰਠ, ਜਿਹਦਾ ਸਿਰਲੇਖ ਹੈ ਗੌੜੀ ਪੀ ਸੋਰਠ ਪੀ। तो ये 11 प्रकार गौड़ी दियां वखरियां ने, टोटल 12 हो गई। उस तो बाद है जी राग आसा। ते राग आसा दियां अगों फिर 3 होर प्रकार ने, आसा काफी, आसावरी ते आसावरी सुधंग। उस तो बाद जी जो आसा राग है वो अंग 347 तो आरंभ होता है। ते उस तो बाद है राग गुजरी, वो अंग 499 तो आरंभ होता है। उस तो बाद है राग देवगंधारी जो 527 अंग तो शुरू होता है। देवगंधारी के अंदर एक शब्द है जिसका सिरलेख देवगंधार करके लिखा होया है। ये बारे विद्वानों च मतभेद है। कई इसनों देवगंधारी ही मनते हैं ते कई इनू वखरा राग देवगंधार मनते हैं। तो जी असी लिस्ट अपने को जी मेरे को अवेलेबल है, जितों मैं आप जी को पढ़ के ये जानकारी साझी कर रहा हाँ, वो अंदर देवगंधार नूं इंडिपेंडेंट वखरा राग मन्निया गया है। तो उस तो बाद है जी 7वां जो राग मुख राग वो 537 अंक तो शुरू होता है, वो है ब्यागड़ा। उस तो बाद 8वां है वडहंस जो 557 तो शुरू होता है। तो वडहंस के अंदर एक होर ओदी प्रकार है वडहंस दखनी। 9वां प्रमुख राग है सोरठ, वो शुरू होता है 595 तो। फिर 10वां तनासरी जो 660 अंक तो शुरू होता है। वैसे तनासरी का एक शब्द जोड़ा है सोहेले की बाणी के अंदर वो ग्रंथ साहब के अंक 13 ते भी आया है। इस तरह ही आसा राग भी रास के अंदर शब्द आए हैं। पर जो राग प्रकार जिवें मैं अगे भी अर्ज की है उन्होंने गिनती के मुताबिक ये तनासरी राग जो है 660 तो शुरू होता है। उस तो बाद है जैतसरी जो 696 तो शुरू होता है। फिर टोडी 711 तो, बैराड़ी 719 तो, तिलंग 721 तो। तिलंग की एक होर प्रकार है तिलंग काफी। उस तो बाद राग
ਸੂਹੀ ਹੈ ਜੋ 728 ਤੋਂ ਆਰੰਭ ਹੁੰਦਾ ਹੈ। ਸੂਹੀ ਦੀ ਅੱਗੋਂ ਦੋ ਪ੍ਰਕਾਰ ਨੇ, ਸੂਹੀ ਕਾਫੀ ਅਤੇ ਸੂਹੀ ਲਲਿਤ। ਤੋਂ ਬਾਅਦ ਹੈ ਜੀ ਰਾਗ ਬਿਲਾਵਲ ਜੋ 794 ਤੋਂ ਸ਼ੁਰੂ ਹੁੰਦਾ ਹੈ। ਇਹਦੇ ਵੀ ਅੱਗੋਂ ਦੋ ਪ੍ਰਕਾਰ ਨੇ, ਬਿਲਾਵਲ ਦੱਖਣੀ ਤੇ ਬਿਲਾਵਲ ਮੰਗਲ। ਉਸ ਤੋਂ ਬਾਅਦ ਹੈ ਰਾਗ ਗੋਂਡ, ਔਰ ਇਹਦੇ ਵੀ ਇੱਕ ਹੋਰ ਪ੍ਰਕਾਰ ਨਾਲ ਹੈ। ਗੋਂਡ ਰਾਗ ਸ਼ੁਰੂ ਹੁੰਦਾ ਹੈ 859 ਤੋਂ, ਔਰ ਇਹਦੇ ਇੱਕ ਪ੍ਰਕਾਰ ਹੋਰ ਹੈ ਬਿਲਾਵਲ ਗੋਂਡ। ਉਸ ਤੋਂ ਬਾਅਦ ਅਗਲਾ ਰਾਗ ਹੈ ਰਾਗ ਰਾਮਕਲੀ ਜੋ 876 ਤੋਂ ਆਰੰਭ ਹੁੰਦਾ ਹੈ, ਔਰ ਇਹਦੀ ਇੱਕ ਹੋਰ ਵੱਖਰੀ ਪ੍ਰਕਾਰ ਹੈ ਰਾਮਕਲੀ ਦੱਖਣੀ, ਜਿਹਦੇ ਅੰਦਰ ਓਂਕਾਰ ਬਾਣੀ ਜੋ ਹੈ ਉਹ ਦਰਜ ਕੀਤੀ ਹੋਈ ਹੈ। ਰਾਮਕਲੀ ਤੋਂ ਬਾਅਦ ਅਗਲਾ ਰਾਗ ਹੈ ਨਟ ਨਾਰਾਇਣ ਜੋ 975 ਤੋਂ ਆਰੰਭ ਹੁੰਦਾ ਹੈ। ਉਹਦੇ ਅੰਦਰ ਹੀ ਇੱਕ ਹੋਰ ਪ੍ਰਕਾਰ ਹੈ ਨਟ। तो राग नट नारायण तो आरंभ होके ਉਹਦੇ ਅੱਗੋਂ ਕੁਝ ਸ਼ਬਦ ਆਉਂਦੇ ਹਨ ਜੋ ਨਿਰੋਲ ਨਟ ਰਾਗ ਵਿੱਚ ਹਨ। तो ਇਹਨਾਂ ਦੋਨਾਂ ਨੂੰ ਵੱਖਰੇ ਰਾਗ ਮੰਨਿਆ ਗਿਆ ਹੈ। ਉਸ ਤੋਂ ਬਾਅਦ ਅਗਲਾ ਰਾਗ ਹੈ ਰਾਗ ਮਾਲੀ ਗੌੜਾ ਜੋ 984 ਤੋਂ ਆਰੰਭ ਹੁੰਦਾ ਹੈ। ਉਸ ਤੋਂ ਬਾਅਦ ਫਿਰ ਅਗਲਾ ਰਾਗ ਹੈ ਜੀ ਮਾਰੂ। ਇਹਦੀਆਂ ਪ੍ਰਕਾਰ ਹਨ ਮਾਰੂ ਕਾਫੀ ਅਤੇ ਮਾਰੂ ਦੱਖਣੀ। ਉਸ ਤੋਂ ਬਾਅਦ ਅਗਲਾ ਰਾਗ ਹੈ ਤੁਖਾਰੀ ਜੋ 1107 ਅੰਕ ਤੋਂ ਸ਼ੁਰੂ ਹੁੰਦਾ ਹੈ। ਉਸ ਤੋਂ ਅਗਲਾ ਕੇਦਾਰਾ 1118 ਤੋਂ, ਪੈਰੋਂ 1125 ਤੋਂ, ਫਿਰ ਰਾਗ ਬਸੰਤ 1168 ਤੋਂ, ਔਰ ਇਹਦੇ ਅੰਦਰ ਇੱਕ ਹੋਰ ਬਸੰਤ ਦੀ ਪ੍ਰਕਾਰ ਹੈ ਰਾਗ ਬਸੰਤ ਇੰਡੋਲ। ਉਸ ਤੋਂ ਬਾਅਦ ਅਗਲਾ ਰਾਗ ਜੋ ਹੈ ਸਾਰੰਗ ਜੋ 1197 ਤੋਂ ਸ਼ੁਰੂ ਹੁੰਦਾ ਹੈ। ਸਾਰੰਗ ਤੋਂ ਬਾਅਦ ਮਲਾਰ 1154, ਫਿਰ ਕਾਨੜਾ 1294, ਉਸ ਤੋਂ ਬਾਅਦ ਕਲਿਆਣ 1319। ਕਲਿਆਣ ਦੀ ਇੱਕ ਪ੍ਰਕਾਰ ਹੋਰ ਹੈ ਕਲਿਆਣ ਭੋਪਾਲੀ। ਕਲਿਆਣ ਤੋਂ ਬਾਅਦ ਰਾਗ ਪ੍ਰਭਾਤੀ ਹੈ। ਇਹਦੀਆਂ ਅੱਗੋਂ ਤਿੰਨ ਹੋਰ ਪ੍ਰਕਾਰ ਹਨ ਪ੍ਰਭਾਤੀ ਵਿਭਾਸ, ਪ੍ਰਭਾਤੀ ਦੱਖਣੀ ਅਤੇ ਵਿਭਾਸ ਪ੍ਰਭਾਤੀ। ਇਹਨਾਂ ਦੋਨਾਂ ਨੂੰ ਵੱਖੋ ਵੱਖਰਾ ਮੰਨਿਆ ਗਿਆ, ਪ੍ਰਭਾਸ ਵਿਭਾਤੀ ਵੱਖਰਾ ਤੇ ਪ੍ਰਭਾਤੀ ਵਿਭਾਸ ਵੱਖਰਾ, ਤੇ ਇਸ ਤੋਂ ਇਲਾਵਾ ਇੱਕ ਪ੍ਰਭਾਤੀ ਦੱਖਣੀ ਵੀ ਹੈ। ਤੋਂ ਸਭ ਤੋਂ ਅਖੀਰ ਤੇ ਫਿਰ ਅਖੀਰਲਾ ਰਾਗ ਜੋ ਹੈ ਜੈਜਾਵੰਤੀ ਜੋ 1352 ਅੰਕ ਤੇ ਹੈ। तो इस तरीके ਦੇ ਨਾਲ ਕੁੱਲ 31 ਮੁੱਖ ਰਾਗ ਹਨ ਤੇ ਜਿਹੜੀਆਂ ਪ੍ਰਕਾਰ ਵੱਖਰੀਆਂ ਵੱਖਰੀਆਂ ਰਾਗਾਂ ਦੇ ਅੰਦਰ ਹਨ ਉਹਨਾਂ ਦੀ ਗਿਣਤੀ ਵੀ 31 ਹੈ ਤੇ ਕੁੱਲ ਮਿਲਾ ਕੇ ਇਹ 62 ਰਾਗ ਬਣ ਜਾਂਦੇ ਹਨ। तो इतनी जानकारी है, जानकारी जो मैं आप जी नाल साझी ਕੀਤੀ ਹੈ ਇਹ ਡਾਕਟਰ ਗੁਰਨਾਮ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜੋ ਸੰਗੀਤ ਵਿਭਾਗ ਦੇ ਮੁਖੀ ਹਨ, ਉਹਨਾਂ ਦੀ ਪੁਸਤਕ ਗੁਰਮਤਿ ਸੰਗੀਤ ਪ੍ਰਬੰਧ ਤੇ ਪਾਸਾਰ ਉਹਦੇ ਵਿੱਚੋਂ ਲਈ ਗਈ ਹੈ। ਇਹਨਾਂ ਹੀ ਪੰਨਿਆਂ ਦੀ ਫੋਟੋ ਕਰਕੇ ਤੇ ਮੈਂ ਗਰੁੱਪ ਵਿੱਚ ਵੀ ਅੱਗੇ ਇੱਕ ਵਾਰੀ ਪੋਸਟ ਕੀਤੀ ਹੋਈ ਸੀ, ਦੁਬਾਰਾ ਫਿਰ ਪੋਸਟ ਅਸੀਂ ਕਰ ਦਿਆਂਗੇ ਸਾਰੀ ਜਾਣਕਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਧੰਨਵਾਦ ਵੀਰ ਐਮਪੀ ਸਿੰਘ ਜੀ, आपने बड़ी बारीकी ਦੇ ਨਾਲ ਇੱਕ ਇੱਕ ਰਾਗ ਬਾਰੇ ਸਾਨੂੰ ਜਾਣਕਾਰੀ ਦਿੱਤੀ ਹੈ ਔਰ ਬਹੁਤ ਬਹੁਤ ਆਪ ਜੀ ਦਾ ਧੰਨਵਾਦ ਹੈ। ਜਿਹੜੀ ਚੈਟ ਵਿੱਚ ਆਈ ਹੈ ਮੰਗ ਤੁਸੀਂ ਨੇ ਆਪ ਹੀ ਕਹਿ ਦਿੱਤਾ ਕਿ ਰਾਗਾਂ ਦਾ ਵੇਰਵਾ ਜਿਹੜਾ ਹੈ ਤੁਸੀਂ ਗਰੁੱਪ ਵਿੱਚ ਪਾ ਦਿਓ। ਧੰਨਵਾਦ ਜੀ। ਤੋਂ ਸਾਧ ਸੰਗਤ ਅਸਲ ਮੁੱਦਾ ਤੇ ਹੈ ਕਿ ਬਾਣੀ ਨੂੰ ਅਸੀਂ ਸਮਝੀਏ। ਬਾਣੀ ਸਾਰੀ ਰਾਗਾਂ 'ਚ ਹੈ, ਉਹ ਸਾਡੇ ਮਦਦ ਲਈ ਹੈ ਕਿ ਸਾਨੂੰ ਕਿਵੇਂ ਮਦਦ ਮਿਲਦੀ ਹੈ ਬਾਣੀ ਨੂੰ ਸਮਝਣ 'ਚ, ਕਿਉਂਕਿ ਰਾਗ ਦਾ ਆਪਣਾ ਮਹੱਤਵ ਹੈ। ਉਂਝ ਜਿਹੜਾ ਅਸਲ ਮੁੱਦਾ ਉਹ ਬਾਣੀ ਦੇ ਤੱਤ ਸਾਰ ਨਾਲ ਜੁੜਨ ਦਾ ਹੈ। ਮਹਾਰਾਜ ਨੇ ਬਾਣੀ 'ਚ ਆਖਿਆ ਕੋਈ ਗਾਵੇ ਰਾਗੀ ਨਾਦੀ ਵੇਦੀ ਵੋ ਭਾਂਤ ਕਰ, ਨਹੀਂ ਹਰ ਹਰ ਭੀਜੇ ਰਾਮ ਰਾਜੀ। ਸੋ ਅਸਲ ਗੱਲ ਤੇ ਇਹ ਹੈ ਕਿ ਬਾਣੀ ਨੂੰ ਸਮਝ ਕੇ ਅਸੀਂ ਇੱਕ ਚੰਗੇ ਜੀਵਨ ਵਾਲੇ ਮਨੁੱਖ ਬਣੀਏ। ਜਿਹੜਾ ਮਹਾਰਾਜ ਨੇ ਸਾਨੂੰ ਸਵਾਲ ਪਾਇਆ ਕਿ ਕਿਵੇਂ ਸਚਿਆਰਾ ਹੋਈਏ, ਅਸੀਂ ਸਚਿਆਰ ਜੀਵਨ ਜੀਵੀਏ, ਇਹ ਅਸਲ ਮੁੱਦਾ ਹੈ। ਤਾਂ ਜੇ ਗੁਰੂ ਨਾਨਕ ਸਾਹਿਬ ਜੀ ਨੇ ਆਸਾ ਕੀ ਵਾਰ ਜਿਹੜਾ ਸ਼ਲੋਕ ਹੈ ਉਹ 'ਚ ਲਿਖਿਆ ਬਲਿਹਾਰੀ क्षमा करना जिन मानस ते देवते की। तो मानस तो देवते भाव है आम मनुख तो चंगा मनुख बनना, ये असल साडा गुरबाणी सानू दसदी है। ते अगला जिहड़ा सवाल है साध संगत तो है भी यही है कि भैन डॉली सिंह जी ने कीता सी कि मानस ते देवते भी की मानस वो ने जिहड़े मन की गल सुनते हैं या कोई होर गल है। तो ये बारे विस्तार सहित सानू जानकारी देणगे वीर तजिंदर सिंह जी आस्ट्रेलिया तो। वीर तजिंदर सिंह ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਦੇ ਬਾਰੇ ਕਿ ਅੱਗੇ ਵੀ ਚਰਚਾ ਹੋ ਚੁੱਕੀ ਹੈ ਕਿ ਜੋ ਭੈਣ ਡਾਡੀ ਕੌਰ ਜੀ ਨੇ ਸਵਾਲ ਪੁੱਛਿਆ ਹੈ ਕਿ ਜਿਹੜੇ ਮਨੁੱਖ ਜਿਹੜੇ ਮਨ ਦੇ ਪਿੱਛੇ ਚੱਲਦੇ ਹਨ ਉਹਨਾਂ ਨੂੰ ਮਨੁੱਖ ਕਿਹਾ ਜਾਂਦਾ ਹੈ, ਔਰ ਬਾਕੀ ਜਿਹੜੇ ਹਨ ਉਹ ਜਿਹੜੇ ਦੇਵਤੇ, ਇਹ ਉਹਨਾਂ ਨੇ ਕੁਐਸਚਨ ਥੋੜਾ ਜਿਹਾ ਪੁੱਛਿਆ ਸੀਗਾ।
ਤੇ ਇਸੇ ਦਾ ਮੈਂ ਜਵਾਬ ਦੇ ਰਿਹਾ ਕਿ ਮਨੁੱਖ ਜਿਹੜਾ ਹੈ ਉਹ ਹੈ ਜਿਹੜਾ ਹਿਊਮਨ ਬਾਡੀ ਹੈ, ਜਿਹੜਾ ਮਨੁੱਖ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ। ਤੇ ਮਨੁੱਖ ਜਿਹੜਾ ਹੈ ਉਸਦਾ ਇਹ ਮਤਲਬ ਨਹੀਂ ਹੈ ਕਿ ਜਿਹੜਾ ਮਨ ਦੇ ਪਿੱਛੇ ਲੱਗਦਾ ਹੈ। ਮਨ ਦੇ ਪਿੱਛੇ ਜੋ ਲੱਗਦਾ ਉਸ ਨੂੰ ਗੁਰਬਾਣੀ ਵਿੱਚ ਮਨਮੁਖ ਕਿਹਾ ਜਾਂਦਾ ਹੈ, ਔਰ ਜਿਹੜਾ ਗੁਰੂ ਦੇ ਪਿੱਛੇ ਲੱਗਦਾ ਹੈ ਉਸ ਨੂੰ ਗੁਰਮੁਖ ਕਿਹਾ ਜਾਂਦਾ ਹੈ। ਤੋ ਗੁਰਬਾਣੀ ਦੇ ਵਿੱਚ ਵੀ ਸਾਨੂੰ ਐਸੀਆਂ ਪੰਕਤੀਆਂ ਮਿਲੀਆਂ ਹਨ, ਕਹੋ ਮਾਨੁਖ ਤੇ ਕਿਆ ਹੋਏ ਆਵੇ, ਕਹੋ ਮਾਨੁਖ ਤੇ ਕਿਆ ਹੋਏ ਆਵੇ। ਸੋ ਇਹ ਪੰਕਤੀ ਲਿਖੀ ਜਾਂਦੀ ਹੈ ਕਿ ਇਹ ਭਾਈ ਕਹੋ तो वाहिगुरु तो बिना इस मानस दे क्या होए आवता है, अर्थात हरि दे पाए बिना इससे कुछ नहीं होता, मतलब कुछ नहीं कर सकते। और पंक्ति महाराज ने बख्शिश की है 286 पन्ने दे उत्ते गौड़ी सुखमनी विच, मानस जतन करत बहु भांत तिसके करतब बिरथे जात। कि मनुख जिहड़ा है ये मानस अनेक प्रकार दे करने करता है, यतन करता है, लेकिन ਇਹ ਜਿਹੜੇ ਯਤਨ ਹਨ ਉਹ ਇਸਦੇ ਆਪਣੇ ਜਿਹੜੇ ਵਸ ਨਹੀਂ ਹਨ, ਔਰ ਇਹ ਸਾਰੇ ਕੰਮ ਜਿਹੜੇ ਬਿਰਥੇ ਹੁੰਦੇ ਹਨ। ਤੋ ਇੱਥੇ ਮਾਨਸ ਦਾ ਮਤਲਬ ਹੈ ਮਨੁੱਖ ਦੇ ਬਾਰੇ ਹੈ, ਹਿਊਮਨ ਬਾਡੀ ਦੇ ਬਾਰੇ ਹੈ। ਭਾਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ, ਜਿਵੇਂ ਪੰਚਮ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਕਿ ਇਹ ਗੋਬਿੰਦ ਦੇ ਸਿਮਰਨ ਵਾਸਤੇ ਸਾਨੂੰ ਜਿਹੜਾ ਹੈ ਜਨਮ ਦੁੱਖਾ ਦੇਹੀ ਮਿਲੀ ਹੈ। ਤੇ ਅੱਗੇ ਵੀ ਅਸੀਂ ਇਸੇ ਵਿਚਾਰ ਕਰ ਚੁੱਕੇ ਹਾਂ ਕਿ ਇਸ ਦੇਹੀ ਕੋ ਸਿਮਰਨ ਦੇਵ ਸੋ ਦੇਹੀ ਪਾਜਾਰ ਕੀ ਸੇਵ। ਸੋ ਉਹ ਗੱਲਾਂ ਬੜੀਆਂ ਕਲੀਅਰ ਹਨ। ਤੋ ਇੱਥੇ 1415 ਅੰਕ ਦੇ ਉੱਤੇ ਵੀ ਸਤਿਗੁਰੂ ਨੇ ਜਿਹੜੇ ਸ਼ਲੋਕ 12 ਦੇ ਵਧੀਕ ਹਨ, ਮਹਲੇ ਤੀਜੇ ਦੇ ਉਹਦੇ 'ਚ ਲਿਖਿਆ ਹੈ, ਮਨਮੁਖ ਬੋਲੇ ਅੰਧਲੇ ਇਸਮੇ ਅਗਨੀ ਕਾ ਵਾਸ। ਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਸੁਰਤ ਵਿੱਚ ਤ੍ਰਿਸ਼ਨਾ ਦੀ ਅੱਗ ਦਾ ਨਿਵਾਸ ਹੋਇਆ ਹੁੰਦਾ ਰਹਿੰਦਾ ਹੈ। ਆਤਮਿਕ ਜੀਵਨ ਵੱਲੋਂ ਉਹ ਅੰਨੇ ਤੇ ਬੋਲੇ ਹੋਏ ਰਹਿੰਦੇ ਹਨ। ਤੋ ਇੱਥੇ ਵੀ ਮਨੁੱਖ ਦਾ ਮਨਮੁਖ ਜਿਹੜਾ ਹੈ, ਜਿਹੜਾ ਮਨੁੱਖ ਜਿਹੜਾ ਮਨ ਦੇ ਪਿੱਛੇ ਤੁਰਦਾ ਹੈ, ਜਿਹੜਾ ਮਾਇਆ ਦੇ ਵਿੱਚ ਹੀ ਵਿਚਰਦਾ ਹੈ, ਗੁਰੂ ਦੀ ਗੱਲ ਨੂੰ ਨਹੀਂ ਸੁਣਦਾ, ਉਹ ਉਸਦੀ ਅਵਸਥਾ ਦੀ ਗੱਲ ਕੀਤੀ ਗਈ ਹੈ। ਬਾਣੀ ਸੁਰਤ ਨਾ ਬੁਝਣੀ ਸ਼ਬਦ ਨਾ ਕਰੇ ਪ੍ਰਗਾਸ। ਉਹ ਗੁਰੂ ਦੀ ਬਾਣੀ ਵਿੱਚ ਸੁਰਤ ਜੋੜਨੀ ਨਹੀਂ ਸਮਝਦੇ, ਗੁਰੂ ਦੇ ਸ਼ਬਦ ਦੀ ਰਾਹੀਂ ਆਪਣੀ ਸੁਰਤ ਵਿੱਚ ਆਤਮਿਕ ਜੀਵਨ ਦੀ ਸੂਝ ਦਾ ਚਾਨਣ ਨਹੀਂ ਕਰਦੇ। ਉਹਨਾਂ ਆਪਣੇ ਅੰਦਰ ਸੁਧ ਨਹੀਂ ਗੁਰ ਬਚਨ ਨਾ ਕਰੇ ਵਿਸਾਸ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦੇ ਅੰਦਰ ਆਪਣੇ ਆਪੇ ਦੀ ਸੂਝ ਨਹੀਂ ਹੁੰਦੀ, ਉਹ ਗੁਰੂ ਦੇ ਬਚਨ ਵਿੱਚ ਸ਼ਰਧਾ ਨਹੀਂ ਲਿਆਉਂਦੇ। ਤੋ ਇੱਥੇ ਸਾਨੂੰ ਇਹ ਗੱਲ ਸਮਝ ਆਉਂਦੀ ਹੈ, ਗਿਆਨੀਆਂ ਅੰਦਰ ਗੁਰ ਸ਼ਬਦ ਹੈ ਨਿਤ ਹਰ ਲਿਵ ਸਦਾ ਵਿਗਾਸ। ਕਿ ਜਿਹੜੇ ਗੁਰੂ ਦੀ ਗੱਲ ਮੰਨਦੇ ਹਨ, ਆਤਮਿਕ ਜੀਵਨ ਦੀ ਸੂਝ ਵਾਲੇ ਬੰਦਿਆਂ ਦੇ ਅੰਦਰ ਸਦਾ ਗੁਰੂ ਦਾ ਸ਼ਬਦ ਵਸਦਾ ਹੈ। ਉਹਨਾਂ ਦੀ ਲਗਨ ਸਦਾ ਹਰੀ ਵਿੱਚ ਰਹਿੰਦੀ ਹੈ। ਇਸ ਵਾਸਤੇ ਉਹਨਾਂ ਦੇ ਅੰਦਰ ਸਦਾ ਆਤਮਿਕ ਖਿੜਾਓ ਬਣਿਆ ਰਹਿੰਦਾ ਹੈ। ਹਰ ਗਿਆਨੀਆਂ ਕੀ ਰੱਖਦਾ ਹੋ ਸਦ ਬਲਿਹਾਰੀ ਤਾਸ। ਪਰਮਾਤਮਾ ਆਤਮਿਕ ਜੀਵਨ ਵਾਲੇ ਮਨੁੱਖਾਂ ਦੀ ਸਦਾ ਇੱਜ਼ਤ ਰੱਖਦਾ ਹੈ। ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ। ਸੋ ਇਹਨਾਂ ਗੁਰੂ ਬਾਣੀ ਦੇ ਪ੍ਰਮਾਣਾਂ ਤੋਂ ਸਾਨੂੰ ਇਹ ਸਾਫ਼ ਦਿਸਦਾ ਹੈ ਕਿ ਮਨ ਦੇ ਪਿੱਛੇ ਚੱਲਣ ਵਾਲਾ ਜਿਹੜਾ ਮਨੁੱਖ ਹੈ ਉਹ ਮਨਮੁਖ ਹੈ। ਉਸ ਨੂੰ ਅਸੀਂ ਮਨੁੱਖ ਦੇ ਕੈਟੇਗਰੀ ਵਿੱਚ ਨਹੀਂ ਲਿਆ ਸਕਦੇ, ਕਿਉਂਕਿ ਮਨੁੱਖ ਇੱਕ ਜਨਰਲ ਕੈਟੇਗਰੀ ਹੈ। ਜਿਹੜੇ ਵੀ ਮਨੁੱਖ ਦੇਹ ਧਾਰ ਕੇ ਆਏ ਹਨ, ਤੋ ਉਹਨਾਂ ਦੇ ਵਿੱਚ ਇਸਤਰੀਆਂ ਵੀ ਹਨ, ਉਹਨਾਂ ਵਿੱਚ ਪੁਰਸ਼ ਵੀ ਹਨ। ਤੋ ਇਸ ਕਰਕੇ ਇਹਨਾਂ ਨੂੰ ਅਸੀਂ ਇਸ ਕੈਟੇਗਰੀ ਵਿੱਚ ਨਹੀਂ ਰੱਖਦੇ ਕਿ ਜਿਹੜੇ ਮਨ ਦੇ ਪਿੱਛੇ ਚੱਲਦੇ ਹਨ। ਤੋ ਸਾਰੇ ਮਨੁੱਖ ਜਿਹੜੇ ਹਨ ਮਨਮੁਖ ਨਹੀਂ ਹਨ, ਔਰ ਸਾਰੇ ਮਨੁੱਖ ਜਿਹੜੇ ਹਨ ਗੁਰਮੁਖ ਨਹੀਂ ਹਨ। ਤੋ ਮਨਮੁਖ ਉਹ ਹਨ ਜਿਹੜੇ ਮਨ ਦੇ ਪਿੱਛੇ ਲੱਗਦੇ ਹਨ, ਉਹ ਗੁਰਮੁਖ ਉਹ ਹਨ ਜਿਹੜੇ ਗੁਰੂ ਦੇ ਪਿੱਛੇ ਲੱਗਦੇ ਹਨ। ਆਸ ਹੈ ਬੀਬੀ ਡਾਲੀ ਕੌਰ ਜੀ ਨੂੰ ਇਸ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਅਗਰ ਹੋਰ ਵੀ ਉਹਨਾਂ ਦਾ ਸ਼ੰਕਾ ਹੋਏ ਤਾਂ ਉਹ ਜ਼ਰੂਰ ਆਪਣੇ ਜਿਹੜੇ ਹਨ ਉਹ ਵਿਚਾਰ ਰੱਖ ਸਕਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਮਨਮੁਖ ਨਹੀਂ ਤੇ ਸਾਰੇ ਗੁਰਮੁਖ ਨਹੀਂ। ਤੋ ਵੀਰ ਜੀ ਨੇ ਡਿਟੇਲ ਨਾਲ ਸਾਨੂੰ ਦੱਸਿਆ ਤੋ ਮਾਨਸ ਕੀ ਹੈ। ਤੋ ਉਮੀਦ ਹੈ ਜਿਸ ਤਰ੍ਹਾਂ ਵੀਰ ਜੀ ਨੇ ਵੀ ਕਿਹਾ ਇਹ ਜੋ ਉੱਤਰ ਹੈ ਮਿਲ ਗਿਆ ਹੋਏਗਾ। ਤੋ ਸਾਧ ਸੰਗਤ ਜੀ, ਇਹ ਗੁਰਬਾਣੀ ਜਿਹੜੀ ਹੈ ਬੜੀ ਅਗਾਧ ਬੋਧ ਹੈ। ਇਹ ਨਹੀਂ ਕਿ ਜੋ ਕਹਿ ਦਿੱਤਾ ਉਹੀ ਉਹ ਠੀਕ ਹੈ। ਤੋ ਇਸ 'ਚ ਹੋਰ ਵੀ ਵਿਚਾਰਾਂ ਹੋ ਸਕਦੀਆਂ ਨੇ। ਤੋ ਕੋਈ ਵਿਚਾਰ ਆਏਗੀ ਤਾਂ ਉਹ ਵੀ ਆਪ ਜੀ ਨੇ ਗਰੁੱਪ ਚੈਟ ਵਿੱਚ ਜਾਂ ਸਾਨੂੰ ਸਵਾਲ ਦੇ ਰੂਪ ਵਿੱਚ ਦੁਬਾਰਾ ਵੀ ਪਾ ਸਕਦੇ ਹੋ। ਧੰਨਵਾਦ ਵੀਰ ਤਜਿੰਦਰ ਸਿੰਘ ਜੀ। ਤੋ ਸਾਧ ਸੰਗਤ, ਮੈਂ ਬੇਨਤੀ ਕਰਦੇ ਹਾਂ ਕਿ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਜਿਹੜੇ ਸਾਡੇ ਸਭ ਤੋਂ ਮਤਲਬ ਅਭੀ ਸਤਿਕਾਰਯੋਗ ਔਰ ਸੀਨੀਅਰ ਸਾਡੇ ਮੈਂਬਰ ਨੇ, ਉਹ ਕਾਫੀ ਹਫ਼ਤਿਆਂ ਤੋਂ ਠੀਕ ਨਹੀਂ ਸੀ ਚੱਲ ਰਹੀ ਸਿਹਤ, ਜਿਸ ਕਰਕੇ ਪਾਰਟਿਸਿਪੇਟ ਨਹੀਂ ਕਰ ਸਕੇ। ਸਾਨੂੰ ਬੜੀ ਖੁਸ਼ੀ ਹੈ ਵੀ ਅੱਜ ਗਿਆਨੀ ਜੀ ਸੰਗਤ ਵਿੱਚ ਉਹਨਾਂ ਦੀ ਹਾਜ਼ਰੀ ਲੱਗ ਰਹੀ ਹੈ, ਔਰ ਆਉਂਦੇ ਹਫ਼ਤਿਆਂ ਤੋਂ ਉਹ ਵੀ ਐਕਟਿਵਲੀ ਇਹਨਾਂ ਸਵਾਲਾਂ ਦੇ ਜਵਾਬ ਲਈ ਸਾਡੀ ਮਦਦ ਕਰਿਆ ਕਰਨਗੇ। ਗਿਆਨੀ ਜੀ, ਤੁਹਾਡਾ ਇੱਕ ਵਾਰੀ ਫੇਰ ਧੰਨਵਾਦ ਹੈ, ਔਰ ਵਾਹਿਗੁਰੂ ਜੀ ਦਾ ਧੰਨਵਾਦ ਹੈ ਕਿ ਉਹ ਤੁਹਾਨੂੰ ਤੰਦਰੁਸਤੀ ਬਖਸ਼ੇ। तो और साथ संगत जी, आप अगले सवाल चलिए
ਵੀਰ ਅਕਾਲ ਜੋਤ ਸਿੰਘ ਹੋਰਾਂ ਨੇ ਇੱਕ ਸਵਾਲ ਪਾਇਆ ਸੀ। ਉਹਨਾਂ ਲਿਖਿਆ ਕਿ ਗੁਰਬਾਣੀ ਵਿੱਚ ਲਿਖਿਆ ਕਿ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨ ਛਾਰੀ। ਜੇ ਇੱਕ ਪਾਸੇ ਹਿਊਮੈਲਿਟੀ ਦੀ ਗੱਲ ਹੈ ਤਾਂ ਫਿਰ ਮੀਰੀ ਪੀਰੀ ਦਾ ਜਿਹੜਾ ਮੀਰੀ ਵਾਲਾ ਜਿਹੜਾ ਸਿਧਾਂਤ ਹੈ ਉਹਦੀ ਕੀ ਲੋੜ ਪੈ ਗਈ ਸੀ। ਤਾਂ ਦੇਖੋ ਕਈ ਵਾਰੀ ਸਹਿਬਨ ਹੈ ਕਿ ਕਈ ਕਨਫਿਊਜ਼ਨ ਮਨ ਵਿੱਚ ਆਉਂਦੇ ਨੇ, ਉਹ ਹਰ ਮਨੁੱਖ ਦੇ ਮਨ ਵਿੱਚ ਆਉਂਦੇ ਨੇ, ਉਹਨਾਂ ਨੂੰ ਦੂਰ ਕਰਨਾ ਚਾਹੀਦਾ। ਤੋ ਵੀਰ ਜੀ ਦਾ ਇਹ ਸਵਾਲ ਆਇਆ, ਇਹ ਪੂਰੀ ਤਰ੍ਹਾਂ ਵਿਚਾਰਿਆ ਗਿਆ ਇਹ ਆਪਣੇ ਪੈਨਲ ਦੇ ਵਿੱਚ ਵੀ। ਤਾਂ ਉਹਦਾ ਫਿਰ ਜੋ ਉੱਤਰ ਹੈ ਉਹ ਸਾਡੇ, ਕਿਉਂਕਿ ਇਸ ਵਿਸ਼ੇ ਦੇ ਮਾਹਰ ਜਿਹੜੇ ਨੇ ਉਹ ਸਾਹਿਬ ਮਨਮੋਹਨ ਸਿੰਘ ਜੀ ਨੇ, ਤਾਂ ਉਹਨਾਂ ਨੂੰ ਬੇਨਤੀ ਕੀਤੀ ਗਈ ਸੀ। ਤਾਂ ਉਹਨਾਂ ਦਾ ਜਿਹੜਾ ਉੱਤਰ ਹੈ ਮੈਂ ਆਪ ਜੀ ਨੂੰ ਸੁਣਾ ਰਿਹਾ। ਇਸ ਸਵਾਲ ਦਾ ਉੱਤਰ ਵੀਰ ਮਨਮੋਹਨ ਸਿੰਘ ਜੀ। ਕੀ ਫਤਿਹ। ਜੋ ਸਵਾਲ ਆਇਆ ਹੈ, ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨ ਛਾਰੀ, ਇਸ ਆਗੇ ਕੋ ਨਾ ਟਿਕਿਆ ਵਿਕਾਰੀ, ਗੁਰਪੂਰ ਹੈ ਇਹ ਗੱਲ ਸਾਰੀ। ਇਹ ਜੋ ਸ਼ਬਦ ਹੈ ਪੰਚਮ ਗੁਰਦੇਵ ਦਾ ਹੈ, ਇਹਦੇ ਵਾਸਤੇ ਸਵਾਲ ਪਾਇਆ ਗਿਆ ਕਿ ਜੇ ਕਦੇ ਇਹੀ ਗੱਲ ਸਹੀ ਸੀ ਤਾਂ ਮੀਰੀ ਨੂੰ ਪ੍ਰਤੱਖ ਕਰਨ ਦੀ ਕੀ ਲੋੜ ਸੀ, ਛੇਵੇਂ ਪਾਤਸ਼ਾਹ ਨੂੰ ਜਾਂ ਸੰਤ ਸਿਪਾਹੀ ਬਣਾਉਣ ਦੀ ਲੋੜ ਕੀ ਸੀ ਦਸਮ ਪਾਤਸ਼ਾਹ ਨੂੰ, ਤੇ ਫਿਰ ਨਿਮਰਤਾ ਤਾਕਤ ਨੂੰ ਕਿਵੇਂ ਤਾਕਤ ਬਣ ਸਕਦੀ ਹੈ। ਤੇ ਗੁਰਬਾਣੀ ਦੀ ਹਰ ਇੱਕ ਸਟੇਟਮੈਂਟ ਉਹ ਕਹਿੰਦੇ ਨੇ ਵੈਸੇ ਤੇ ਕੰਪਲੀਟ ਹੁੰਦੀ ਹੈ, ਲੇਕਿਨ ਇਹ ਕੁਝ ਇਨਕੰਪਲੀਟ ਜਿਹੀ ਲੱਗਦੀ ਹੈ। ਇਹੋ ਜੀ ਕੋਈ ਗੱਲ ਨਹੀਂ, ਗੁਰਬਾਣੀ ਸੱਚ ਹੈ, ਸਾਨੂੰ ਵਿਸ਼ਵਾਸ ਦਿਵਾਇਆ ਗਿਆ ਹੈ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਨੋ, ਗੁਰ ਸਿੱਖੋ ਹਰ ਕਰਤਾਬ ਮੂੰਹ ਕਢਾਏ। ਵਾਹ ਵਾਹ ਬਾਣੀ ਨਿਰੰਕਾਰ ਹੈ, ਜਿਸ ਜੇਵੜ ਅਵਰ ਨਾ ਕੋਈ, ਸਤਿਗੁਰ ਵਿੱਚ ਆਪ ਸਮੋਏ ਸ਼ਬਦ ਵਰਤਾਇਆ। ਇਹ ਨਿਰੰਕਾਰ ਦੀ ਬਾਣੀ ਹੈ, ਇਹ ਸੰਪੂਰਨ ਹੈ। ਜਿੱਥੇ ਤੱਕ ਇਸ ਸ਼ਬਦ ਦਾ ਸਵਾਲ ਹੈ, ਕਿਉਂਕਿ ਵਿਕਾਰ ਜੋ ਨੇ ਉਹਨਾਂ ਨੂੰ ਬਹੁਤ ਬਲਵਾਨ ਮੰਨਿਆ ਗਿਆ ਹੈ ਕਿ ਭਾਈ ਉਹ ਹਰ ਇੱਕ ਨੂੰ ਆਪਣੇ ਵਸ ਵਿੱਚ ਕਰ ਲੈਂਦੇ ਨੇ, ਕਾਬੂ ਕਰ ਲੈਂਦੇ ਨੇ। ਅਤੇ ਵਿਕਾਰ ਜੋ ਨੇ, ਇੱਕ ਵਿਕਾਰ ਚੋਂ ਦੂਜਾ ਵਿਕਾਰ ਜਨਮ ਲੈਂਦਾ ਹੈ। ਜਿਹਦੇ ਕੋਲ ਹੰਕਾਰ ਹੈ ਉਹ ਹੋਰ ਹੰਕਾਰ ਉਹਦਾ ਪ੍ਰਬਲ ਹੁੰਦਾ ਜਾਂਦਾ ਹੈ। ਜਿਹਦੇ ਕੋਲ ਕੋਈ ਤਾਕਤ ਆਉਂਦੀ ਹੈ ਉਹ ਹੋਰ ਹੰਕਾਰੀ ਬਣਦਾ ਜਾਂਦਾ ਹੈ। ਫਿਰ ਕਈ ਵਾਰ ਤਾਕਤ ਦਾ ਕਈ ਵਾਰ ਦੁਰਉਪਯੋਗ ਕਰਕੇ ਮਨੁੱਖ ਹੋਰ ਵਿਕਾਰ ਕਮਾਉਣਾ ਸ਼ੁਰੂ ਕਰ ਦਿੰਦਾ ਹੈ। ਇਸ ਕਰਕੇ ਵਿਕਾਰ ਜੋ ਨੇ ਉਹ ਹਰ ਮਨੁੱਖ ਦੇ ਵਸ ਕਰਨ ਦੀ ਗੱਲ ਨਹੀਂ ਕਿ ਹਰ ਕੋਈ ਉਹਨੂੰ ਕਾਬੂ ਕਰ ਲੇ, ਪਰ ਉਹਨਾਂ ਕਾਬੂ ਚ ਆਉਂਦੇ ਨੇ ਜਦੋਂ ਕੋਈ ਮਨੁੱਖ ਪਰਮਾਤਮਾ ਦੀ ਬੰਦਗੀ ਕਰਦਾ ਹੈ। ਹੁਣ ਸਤਿਗੁਰ ਕਹਿੰਦੇ ਨੇ ਕਿ ਸਾਡੇ ਕੋਲ ਨਿਮਰਤਾ ਦੀ ਗੁਰਜ ਹੈ, ਨਿਮਰਤਾ ਦਾ ਗੁਰਜ ਹੈ। ਸਾਡੇ ਕੋਲ ਸਾਰਿਆਂ ਦੀ ਚਰਨ ਤੋੜ ਹੋਣਾ ਭਾਵ ਨਿਮਰਤਾ ਜੋ ਹੈ ਉਸ ਦਾ ਖੰਡਾ ਹੈ। ਇਹਨਾਂ ਨੂੰ ਹੱਥ ਦੇ ਵਿੱਚ ਲੈ ਕੇ ਅਸੀਂ ਜੋ ਹੈ ਵਿਕਾਰਾਂ ਨੂੰ ਤੇ ਵਿਕਾਰੀ ਨੂੰ ਕਾਬੂ ਕਰ ਲਿਆ। ਇਹਦੇ ਇਸ ਦੇ ਨਾਲ ਵੱਡੇ ਵੱਡੇ ਜੋ ਵਿਕਾਰੀ ਨੇ ਉਹ ਕਾਬੂ ਹੋ ਸਕਦੇ ਨੇ। ਹਰ ਹਰ ਨਾਮ ਸੰਤਨ ਕੀ ਓਟਾ, ਹਰੀ ਦਾ ਨਾਮ ਸੰਤ ਜਨਾਂ ਦੀ ਓਟ ਹੈ। ਜੋ ਸਿਮਰੈ ਤਿਸ ਕੀ ਗਤ ਹੋਵੈ, ਉਧਰੈ ਸਗਲੇ ਓਟਾ। ਸਤਿਗੁਰ ਕਹਿੰਦੇ ਜਿਹੜੇ ਜਿਹੜੇ ਸਿਮਰਦੇ ਨੇ ਉਹਨਾਂ ਦੀ ਗਤ ਹੁੰਦੀ ਹੈ, ਉਹਨਾਂ ਦੀ ਅਵਸਥਾ ਉੱਚੀ ਬਣਦੀ ਹੈ, ਉਹ ਜਿੱਤ ਜਾਂਦੇ ਨੇ ਵਿਕਾਰਾਂ ਨੂੰ, ਤੇ ਫਿਰ ਕਰੋੜਾਂ ਜਿਹੜੇ ਨੇ ਉਹ ਉਤਰ ਜਾਂਦੇ ਨੇ। ਕਰੋੜਾਂ ਜੋ ਨੇ ਜੀਵ ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ। ਹੁਣ ਸਤਿਗੁਰੂ ਪਾਤਸ਼ਾਹ ਇਹ ਗੱਲ ਸਮਝਾ ਰਹੇ ਨੇ, ਅਧਿਆਤਮਵਾਦ ਹੈ, ਸਪਿਰਿਚੁਅਲਿਜ਼ਮ ਹੈ। ਆਤਮਾ ਨੂੰ ਬਲਵਾਨ ਕੀਤਾ ਜਾ ਰਿਹਾ ਹੈ ਕਿ ਭਾਈ ਤੇਰੇ ਉੱਤੇ ਵਿਕਾਰ ਤੈਨੂੰ ਕਾਬੂ ਨਹੀਂ ਕਰ ਸਕਦੇ, ਕੋਈ ਵਿਕਾਰੀ ਤੈਨੂੰ ਡੁਲਾ ਨਹੀਂ ਸਕਦਾ, ਕੋਈ ਵਿਕਾਰੀ ਤੈਨੂੰ ਆਪਣੇ ਅਧੀਨ ਨਹੀਂ ਕਰ ਸਕਦਾ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਜੋ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨ ਛਾਰੀ, ਇਸ ਆਗੇ ਕੋਨਾ ਟਿਕੈ ਵਿਕਾਰੀ, ਗੁਰਪੂਰ ਹੈ ਇਹ ਗੱਲ ਸਾਰੀ। ਇਹ ਗੁਰੂ ਨੇ ਸਾਨੂੰ ਗੱਲ ਸਮਝਾ ਦਿੱਤੀ ਹੈ। ਪਰ ਦੂਜੇ ਪਾਸੇ ਸਤਿਗੁਰੂ ਪਾਤਸ਼ਾਹ ਦਾ ਜੋ ਸਿਧਾਂਤ ਹੈ, ਗੁਰੂ ਨਾਨਕ ਪਾਤਸ਼ਾਹ ਨੇ ਜੋ ਸਾਨੂੰ ਸਿਧਾਂਤ ਦਿੱਤਾ, ਉਹ ਸਿਧਾਂਤ ਸਾਨੂੰ ਸਪਸ਼ਟ ਕਰਕੇ ਇਹ ਗੱਲ ਸਮਝਾ ਰਿਹਾ ਹੈ ਕਿ ਭਾਈ ਜੋ ਨਿਮਰਤਾ ਦਾ ਗੁਣ ਹੈ ਉਹ ਵੀ ਕਿਸੇ ਹੱਦ ਤੱਕ ਹੈ। ਨਾਨਕ ਸੋ ਸੂਰਾ ਵਡਿਆ, ਜਿਸ ਵਿੱਚੋਂ ਦੁਸ਼ਟ ਹੰਕਾਰ ਨੂੰ ਮਾਰਿਆ। ਸਭ ਤੋਂ ਵੱਡੀ ਗੱਲ ਹੈ ਕਿ ਜਿਸਨੇ ਆਪਣੇ ਅੰਦਰੋਂ ਹੰਕਾਰ ਨੂੰ ਮਾਰ ਲਿਆ ਉਹ ਸੂਰਮਾ ਹੈ। ਤੇ ਫਿਰ ਸਤਿਗੁਰ ਕਹਿੰਦੇ ਨੇ, ਜਾਂ ਕੋ ਹਰ ਰੰਗ ਲਾਗੋ ਇਸ ਯੁਗ में ਸੋ ਕਈਅਤ ਹੈ ਸੂਰਾ। ਜਿਸ ਨੂੰ ਹਰੀ ਦਾ ਰੰਗ ਚੜ ਗਿਆ ਉਹ ਵੀ ਸੁਰਮਾ ਹੈ। ਤੇ ਸੂਰਮਿਆਂ ਨੂੰ ਮਾਣ ਮਿਲਦਾ ਹੈ। ਕਿਸੇ ਜ਼ਾਲਮ ਨੂੰ ਜੇ ਕਦੇ ਕੋਈ ਸੂਰਮਾ ਮਾਰਦਾ ਹੈ, ਉਹਦੇ ਨਾਲ ਜੂਝਦਾ ਹੈ, ਤੇ ਕਹਿੰਦੇ ਨੇ ਉਹਦਾ ਸਤਿਕਾਰ ਹੁੰਦਾ, ਸਤਿਕਾਰ ਦਿੱਤਾ ਜਾ ਰਿਹਾ ਹੈ। ਤੇ ਸਤਿਗੁਰ ਪਾਤਸ਼ਾਹ ਕਹਿੰਦੇ ਭਈ ਇਹ ਗੱਲ ਵੀ ਚੇਤੇ ਰੱਖੀ, ਨਿਮਰਤਾ ਰੱਖਣੀ ਵੀ ਬਹੁਤ ਵੱਡੀ ਸੁਰਮਗਤੀ ਹੈ। ਦਰਗਹਿ ਮਾਨ ਨਿਮਾਨਾ ਪਾਵੈ, ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਨੇ। ਹੁਣ ਅਧਿਆਤਮ ਵਿੱਚ ਵੀ ਨਿਮਰਤਾ ਦੀ ਕੋਈ ਹੱਦ ਜੋ ਹੈ ਹੋਣੀ ਚਾਹੀਦੀ ਹੈ। ਸਤਿਗੁਰੂ ਨਾਨਕ ਪਾਤਸ਼ਾਹ ਨੇ ਦਾ ਸਿਧਾਂਤ ਜੋ ਹੈ ਉਹ ਸੰਤਗਿਰੀ ਦਾ ਹੈ, ਸਿਪਾਹੀਗਿਰੀ ਦਾ ਹੈ। ਅੱਤ ਦੀ ਨਿਮਰਤਾ ਸਾਨੂੰ ਦਰਸਾਈ ਜਾ ਰਹੀ ਹੈ। ਦਾਸ ਸਤਿਗੁਰੂ ਪਾਤਸ਼ਾਹ ਨੇ ਆਪਣੇ ਵਾਸਤੇ ਲਿਖਿਆ, ਕੂਕਰ ਲਿਖਿਆ, ਲਾਲਾ ਗੋਲਾ ਲਿਖਿਆ। ਇੱਥੇ ਤੱਕ ਕਹਿ ਦਿੱਤਾ ਭਈ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ, ਹੋ ਸਗਲ ਕੀ ਰਿਣ ਕਾ ਤੋ ਆਓ ਹਮਾਰੇ ਪਾਸ। ਪਰ ਇਹ ਸਾਰੀ ਜੋ ਨਿਮਰਤਾ ਹੈ ਇੱਕ ਹੱਦ ਤੱਕ ਹੈ। ਕਿਤੇ ਇਹੋ ਜਿਹਾ ਨਾ ਹੋਵੇ ਕਿ ਕੋਈ ਵੀ ਜਰਵਾਨਾ ਜ਼ੁਲਮ ਦੇ ਚੱਕਰ ਝੋੜ ਕੇ ਧਰਮ ਦੇ ਦੀਵੇ ਨੂੰ ਗੁਲ ਕਰਦਾ ਹੋਵੇ ਤੇ ਤੂੰ ਕੇਵਲ ਨਿਮਰਤਾ ਕੁਕੀ ਜਾਵੇਂ। ਇਹ ਸਿਧਾਂਤ ਗੁਰੂ ਪਾਤਸ਼ਾਹ ਦਾ ਨਹੀਂ। ਜਾਂ ਫਿਰ ਕੋਈ ਤੇਰੇ ਹੱਥ ਦੇ ਵਿੱਚੋਂ ਜੋ ਲੋਕੀ ਬੈਠੇ ਪ੍ਰਮਾਤਮਾ ਦੇ ਨਾਂ ਦੀ ਬੰਦਗੀ ਕਰ ਰਹੇ ਸਨ, ਅੱਖਾਂ ਬੰਦ ਕਰਕੇ, ਕਿਤੇ ਹੱਥਾਂ ਵਿੱਚ ਮਾਲਾਂ ਫੜੀਆਂ ਸਨ,
ਉਹਨਾਂ ਦੇ ਹੱਥਾਂ ਚੋਂ ਮਾਲਾ ਖੋਲ ਲਈ, ਉਹਨਾਂ ਦੇ ਸਿਰ ਕਲਮ ਕਰ ਲਏ ਗਏ, ਉਹਨਾਂ ਦੀਆਂ ਬਹੁ ਬੇਟੀਆਂ ਗਜਨੀ ਦੇ ਬਾਜ਼ਾਰਾਂ 'ਚ ਵਿਕ ਰਹੀਆਂ ਨੇ, ਉਹਨਾਂ ਦੇ ਧਾਰਮਿਕ ਸਥਾਨ ਤੋੜੇ ਜਾ ਰਹੇ ਨੇ। ਤੇ ਸਾਨੂੰ ਕਹਿੰਦੇ ਇੱਥੇ ਫਿਰ ਉਹ ਨਿਮਰਤਾ ਜਿਹੜੀ ਦਰਸਾਉਣ ਦੀ ਨਹੀਂ ਕਿ ਤੂੰ ਜੋ ਹੈ ਹੱਥ ਬਣ ਕੇ ਹਰ ਵੇਲੇ ਅੱਗੇ ਖੜਾ ਰਹੇਗਾ। ਇੱਥੇ ਸਿਧਾਂਤ ਦਿੱਤਾ ਜੋ ਤੋਂ ਪ੍ਰੇਮ ਖਿਲਨ ਕਾ ਚਾਓ ਸਿਰ ਤਰਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀ ਜੈ ਸਿਰ ਦੀ ਜੈ ਖਾਨ ਨਾ ਕੀਜੇ। ਸਤਿਗੁਰੂ ਪਾਤਸ਼ਾਹ ਨੇ ਫਿਰ ਸੀਸ ਤਲੀ ਦੇ ਉੱਤੇ ਰੱਖਣਾ ਹੈ। ਫਿਰ ਤਾਂ ਜੇ ਜੀਵਾ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਜੇ ਕਿਤੇ ਜਿਉਂਦਿਆਂ ਦੀ ਪਤ ਲੈ ਰਹੀ ਹੈ, ਤੂੰ ਕੋਈ ਦਾਣਾ ਮੂੰਹ ਦੇ ਵਿੱਚ ਨਹੀਂ ਪਾਣਾ, ਜੋ ਖਾਏਗਾ ਉਹ ਹਰਾਮ ਹੈ। ਉੱਠ ਕੇ ਪਹਿਲਾਂ ਜਰਵਾਨੇ ਦੇ ਨਾਲ ਜੂਝਣਾ ਹੈ। ਗगन दमामा बाजी ऊपर यो निशाना काओ खेत जो मांडियो सुरमा अब जूझन को दाओ सूरा सो पहचानी है जो लड़ै दीन के हित धर्म के वास्ते तेन जूझना पवेगा। मजलूम की राखी वास्ते जूझना पवेगा, अणख ते गैरत वास्ते जूझना पवेगा, धर्म नूं जिंदा रखने वास्ते जूझना पवेगा। जो लड़ै दीन के हित पुरजा पुरजा कट मरै कबू ना छाड़ा खेत। सानू कहंदे फिर उसने जो है पुरजा पुरजा कट के मर जाएगा, लेकिन कभी भी धर्म के सिद्धांत तो धर्म तो पीछे नहीं हटेगा। गुरु पातशाह का यह सिद्धांत सी जो उन्होंने बाबर नूं जाबर करके सामने खड़ो के कह दिता कि बाबर तू जाबर है। सतगुरु पातशाह ने राजेशी मुकदम कुत्ते की गल की। जरवाने नूं एक भुलेखा पै गया कि किते गरीबी गदा हमारी पढ़न वाले सुनन वाले जो बैठ के बानी गुरपंचम पातशाह बाबा बुड्ढा जी पढ़ रहे ने सुनन वाले ने, ये निमरता दे ही पुंज रहणगे, ये घर निमरता दे विच ही चलण वाला होवेगा। असीं अपना जो जुल्म दे नाल धर्म के दीवे नूं गुल कर देंगे, जो है उन्होंने बुझा देंगे। पर वो भुलेखा सी, तत्ती तवी दे उत्ते उन्हें बिठा लिया। निमरता की हद हो गई, शांतमई की हद हो गई। लेकिन जदों फिर दूजा रूप गुरु नानक पातशाह का जो सिद्धांत सी वो मीरी पीरी का 6वें पातशाह ने अपना लिया, हथ दे विच तेग रूप पकड़ लिया, जरवाने नूं मैदाने जंग के अंदर वंगार लिया। 9वें सतगुरु पातशाह चांदनी चौक शहीद हो रहे हैं, भाई मती दास सतीदास भाई दयाला जी अत दे तसीहे चल के शहीद हो रहे हैं, लेकिन 10वें पातशाह मैदाने जंग के अंदर जूझ रहे हैं। किते नीहां दे अंदर शांतमई जो है शहादत हो रही है, ते चमकौर दी गढ़ी के अंदर जो हथियारां दे खड़कार ने जालम नूं जो है वंगारिया जा रहा है। किते माछीवाड़े दे अंदर निमरता की गल है, बंदगी की गल है। ते फिर दूजे पासा जदों असीं देखदे हां ते खिदराने दी ढाब दे उत्ते उत्थे जो है मीरी की गल है, एक पासे किते पीरी की गल है। तो गुरु प्यार वाले साडा जो सुभाव है सतगुरु पातशाह ने कि मीरी पीरी दोवे दिते ने कि जे कदे तू आत्मा नूं जितना है तेरे कोल निमरता रूपी हथियार होने चाहिए ने, ते जे कदे तू किसी जरवाने नूं जितना है उस वेले तेनू शस्त्रधारी होके शस्त्रन के अधीन है राज, ये गल नूं चेते रखना है। ते साडा जिहड़ा सुभाव है वो पानी वर्गा। भाई गुरदास जी दे बचन ने कि भाई जिहड़ी गुरसिੱਖੀ है धरती पैरां हेठ है, धरती हेठ वसंदा पानी। इस पौड़ी नूं पढ़िए कि असीं पानी वर्गा सुभाव है, पानी ठंडा हुंदा है, फिर निर्मल हुंदा है, साफ है, सारिक नूं साफ करदा है, शीतल है, लेकिन फिर की करदा है चलदा भी निवाण नूं है। ये उहदा सुभाव है। लेकिन जे कदे कोई उहनूं प्रेशर करेगा तो फिर उतां नूं चढ़ जांदा है। ते फिर भाई गुरदास जी कहते हैं भाई पानी चला निवाण नूं निर्मल शीतल शुद्ध प्राणी वो रंगी एक रंग होए सबना अंदर इको जानी अपना ਉਹਦਾ कोई रंग नहीं, जरा भी रंग ਉਹਦੇ ਚ ਪਾਓਗੇ ਉਹ रंग धारण कर ਲੈਂਦਾ है। जिस बर्तन च पाओगे वो जिहा हो जाएगा। तो फिर तत्ता होगा धुप विच छावें ठंडा विरती हानी। पानी ठंडा है लेकिन कोई तपावेगा ਉਹਨੂੰ धुप विच रख देगा, अग बालेगा तो फिर वो पाप भी बनता है, फिर उतां नूं उठदा है। फिर कोई ਉਹਨੂੰ कहे भाई तू निवाण वाले पासे क्यों नहीं चलदा, तेरा ते सुभाव सी शीतल रहना। कहते नहीं। फिर वो कहता वो जे कदे कोई कहे भाई तू गर्म क्यों हो गया, ठंडा हो जा, ते कहते ने गर्म भी होगा तो परोपकार वास्ते होगा, जे किते ठंडा होगा फिर भी परोपकार कमाएगा। लेकिन कोई गर्म करने वाला कहे तेरा सुभाव ते ठंडियां दा सी, ठंडा हो जा, ते कहंदा नहीं भलिया पहला अग जिहड़ी आ ओनू बंद कर, तेरा सुभाव ठीक है लेकिन तू मैनूं इसलिए उबाल रहा है। सो ये साडी गुरसिੱਖੀ दी निशानी है कि साडे कोल संतगिरी सिपाहीगिरी दोवें चीज़ां ने, मीरी ते पीरी दोवें चीज़ां ने। सानूं इहनूं संभाल के रखना चाहिए है। ते ये साडे धर्म दा फलसफा इहो जो है ये साडा बहुत वड्डा अमीर विरसा है कि सिख धर्म मीरी ते पीरी दे सिद्धांत नूं मनदा है। बोलदियां जरूर वध घट लफे निकले होणगे, इन्नी को मेरे कोल जानकारी सी, शायद मैं जवाब सही तरीके नाल ना दे सकिया होवां। किसी होर कोल चंगी जानकारी होवे जरूर वो साझी करन। वाहिगुरू जी का खालसा वाहिगुरू जी की फतेह। वीर मनमोहन सिंह जी तुसीं बहुत सही उत्तर दिता और कोई हुण कन्फ्यूजन नहीं रहना चाहिए। असल च गल ये है कि ਜਿਹੜੀ मीरी है ये पीरी की राखी लई है। मीरी जिहड़ी है ये पीरी की राखी लई है। सानू लगदा कुछ इंज है कि अज दा जिहड़ा समा चल रहा है इहदे विच
ਧਰਮ ਦੀ ਥਾਂ ਤੇ ਸਿਆਸਤ ਭਾਰੂ ਹੋ ਰਹੀ ਹੈ, ਜਿਸ ਕਰਕੇ ਕਈ ਇਹੋ ਜਿਹੀਆਂ ਆਵਾਜ਼ਾਂ ਆਉਂਦੀਆਂ ਵੀ ਇਹ ਇਕੱਠੇ ਨਹੀਂ ਹੋਣੇ ਚਾਹੀਦੇ। ਪਰ ਸਿੱਖ ਮਤ ਵਿੱਚ ਮੀਰੀ ਤੇ ਪੀਰੀ ਜਿਹੜੇ ਨੇ ਇਹ ਇਕੱਠਾ ਹੈ। ਪਰ ਇੱਕ ਗੱਲ ਜ਼ਰੂਰ ਖਿਆਲ ਰੱਖਣਾ, ਜਿਸ ਤਰ੍ਹਾਂ ਮੈਂ ਬੇਨਤੀ ਕਰ ਰਿਹਾ ਕਿ ਪੀਰੀ ਪਹਿਲਾਂ ਮੀਰੀ ਬਾਅਦ ਚ ਹੈ। ਜਿਹੜੀ ਪੀਰੀ ਹੈ ਭਾਵ ਜਿਹੜਾ ਸਾਡਾ ਧਾਰਮਿਕ ਅਕੀਦਾ ਹੈ, ਇਸੇ ਕਰਕੇ ਕਹਿੰਦੇ ਵੀ ਜਿਸ ਵੇਲੇ ਆਪਾਂ ਮਹਾਰਾਜ ਜੀ ਦੇਖੋ ਇਹ ਆਰਕੀਟੈਕਚਰ ਜਾਂ ਪਲੈਨਿੰਗ ਏਡੀ ਵਧੀਆ ਸੀ ਕਿ ਅਕਾਲ ਤਖ਼ਤ ਸਾਹਿਬ ਤੇ ਬੈਠ ਕੇ ਤੁਹਾਨੂੰ ਹਰਿਮੰਦਰ ਸਾਹਿਬ ਦੇ ਦਰਸ਼ਨ ਹੁੰਦੇ ਨੇ, ਪਰੰਤੂ ਹਰਿਮੰਦਰ ਸਾਹਿਬ ਬੈਠ ਕੇ ਤੁਹਾਨੂੰ ਅਕਾਲ ਤਖ਼ਤ ਦੇ ਦਰਸ਼ਨ ਨਹੀਂ ਹੁੰਦੇ। ਇਸੇ ਤਰ੍ਹਾਂ ਦੋ ਨਿਸ਼ਾਨ ਸਾਹਿਬਾਂ ਦੀ ਵੀ ਗੱਲ ਹੈ ਕਿ ਇੱਕ ਨਿਸ਼ਾਨ ਸਾਹਿਬ ਉੱਚਾ ਹੈ, ਦੂਸਰਾ ਉਹਦੇ ਨਾਲ ਛੋਟਾ ਹੈ। ਭਾਵ ਇਹ ਹੈ ਕਿ ਜਿਹੜੀ ਮੀਰੀ ਹੈ ਉਹ ਪਹਿਲਾਂ। ਹਾਂ ਇਹ ਠੀਕ ਹੈ, ਮੈਂ ਬੇਨਤੀ ਕਰਦੇ ਹਾਂ ਕਿ ਸਾਡੇ ਆਮ ਤੌਰ ਤੇ ਮੂੰਹ ਤੇ ਚੜ੍ਹ ਕੇ ਇਸ ਕਹਿੰਦੇ ਮੀਰੀ ਪੀਰੀ ਦਾ ਸਿਧਾਂਤ, ਅਸਲ ਵਿੱਚ ਪੀਰੀ ਮੀਰੀ ਦਾ ਸਿਧਾਂਤ ਹੈ। ਕਾਫੀ ਸਮਾਂ ਹੋ ਗਿਆ ਹੈ ਜਿਹੜਾ ਗੁਰਮਤਿ ਪ੍ਰਕਾਸ਼ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪਿਆ ਜਾਂਦਾ ਮਹੀਨੇਵਾਰ ਜਿਹੜਾ ਇਹਨਾਂ ਦਾ ਮੈਗਜ਼ੀਨ ਹੈ, ਉਹਦੇ 'ਚ ਇੱਕ ਪੂਰਾ ਇਹ ਮੈਗਜ਼ੀਨ ਇਸੇ ਵਿਸ਼ੇ ਤੇ ਸੀ ਕਿ ਪੀਰੀ ਮੀਰੀ। ਉਹਦੇ 'ਚ ਵੱਖ-ਵੱਖ ਵਿਚਾਰ ਆਏ ਸਨ, ਮੈਂ ਪੜ੍ਹੇ ਸਨ ਸਾਰੇ ਉਹ ਜਿਹੜੇ ਉਹ 'ਚ ਲੇਖ ਆਏ ਸਨ ਵਿਦਵਾਨਾਂ ਦੇ। ਉਹਨਾਂ ਨੇ ਇਹ ਕਿਹਾ ਅਸਲ 'ਚ ਲਫ਼ਜ਼ ਤੇ ਹੈਗਾ ਪੀਰੀ ਮੀਰੀ, ਪਰ ਮੀਰੀ ਪੀਰੀ ਚਲੋ ਪ੍ਰਚਲਿਤ ਹੋ ਗਿਆ, ਲੋੜ ਹੈ ਪੀਰੀ ਮੀਰੀ ਤੇ ਯਾਦ ਰਵੇ ਪੀਰੀ ਪਹਿਲਾਂ ਤੇ ਮੀਰੀ ਬਾਅਦ ਵਿੱਚ, ਪਰ ਰਹਿਣੀਆਂ ਦੋਨੋਂ ਇਕੱਠੀਆਂ ਨੇ। ਤਾਂ ਖੈਰ ਮੈਂ ਇੱਕ ਬੇਨਤੀ ਹੋਰ ਕਰਨੀ ਚਾਹੁੰਦਾ, ਜਿਹੜੀ ਵੀਰ ਹਰਜੀਤ ਸਿੰਘ ਜੀ ਨੇ ਉਦੋਂ ਕੀਤੀ ਸੀ ਕਿ ਬਹੁਤ ਸਾਰੇ ਐਸੇ ਸਵਾਲ ਨੇ ਜਿਹੜੇ ਸਾਨੂੰ ਬੇਸਿਕ ਜਿਸ ਵੇਲੇ ਨੌਲੇਜ ਹੋ ਜਾਏ ਤਾਂ ਉਹ ਆਪਣੇ ਆਪ ਕਲੀਅਰ ਹੋ ਜਾਂਦੇ ਨੇ। ਇਸ ਲਈ ਬੇਨਤੀ ਹੈ ਕਿ ਜਿਹੜਾ 2 ਸਾਲਾ ਪੱਤਰ ਵਿਹਾਰ ਕੋਰਸ ਹੈ ਉਹ ਕਿਰਪਾ ਕਰਕੇ ਜਿਹਨਾਂ ਸੰਗਤ ਦੇ ਪ੍ਰੇਮੀਆਂ ਨੇ ਨਹੀਂ ਕੀਤਾ ਉਹ ਜ਼ਰੂਰ ਕਰਨ, ਔਰ ਖਾਸ ਕਰਕੇ ਜਿਹੜੇ ਆਪਾਂ ਮਤਲਬ ਵੀ ਯੰਗਸਟਰਸ ਨੇ ਉਹਨਾਂ ਲਈ ਤਾਂ ਬਹੁਤ ਜ਼ਰੂਰੀ ਹੈ ਵੀ ਉਹ 2 ਸਾਲਾ ਕੋਰਸ ਜਿਹੜਾ ਹੈ ਪੱਤਰ ਵਿਹਾਰ ਕੋਰਸ ਉਹ ਕਰਨ। ਉਹਦੇ ਬਾਰੇ ਕੋਈ ਔਖਿਆਈ ਨਹੀਂ ਹੈ, ਆਪਾਂ 2 ਸਾਲ ਦੀਆਂ ਇਕੱਠੀਆਂ ਕਿਤਾਬਾਂ ਵੀ ਜਿਹੜੀਆਂ ਨੇ ਉਹ ਆਪਣਾ ਉਹਦੀ ਜੋ ਫੀਸ ਹੈ ਭਰ ਕੇ ਇੱਕੋ ਵਾਰੀ ਆ ਸਕਦੀਆਂ ਨੇ ਤੇ ਮੁੜ ਕੇ ਅਸੀਂ ਉਹਨਾਂ ਨੂੰ ਉਹਨਾਂ ਦਾ ਆਹਿਸਤਾ ਆਹਿਸਤਾ ਜਵਾਬ ਦੇ ਸਕਦੇ ਹਾਂ। ਉਹਦੇ ਨਾਲ ਕੀ ਹੈ ਕਿ ਸਾਨੂੰ ਜਿਹੜੀਆਂ ਬੇਸਿਕ ਗੱਲਾਂ ਨੇ ਸਿੱਖੀਜ਼ਮ ਬਾਰੇ, ਆਪਣੇ ਮਤ ਬਾਰੇ, ਉਹਨਾਂ ਬਾਰੇ ਕਾਫੀ ਕਲੈਰਿਟੀ ਆ ਜਾਂਦੀ ਹੈ। ਤਾਂ ਇਸ ਬਾਰੇ ਸਾਨੂੰ ਇਧਰ ਧਿਆਨ ਦੇਣਾ ਚਾਹੀਦਾ। ਤਾਂ ਇੱਕ ਵਾਰੀ ਫਿਰ ਮੈਂ ਵੀਰ ਮੋਹਨ ਸਿੰਘ ਦਾ ਧੰਨਵਾਦ ਕਰਦਾ। ਤਾਂ ਸਾਧ ਸੰਗਤ ਜੀ, ਪਿਛਲੇ ਹਫਤੇ ਇੱਕ ਸਾਡੇ ਕੋਲ ਸਵਾਲ ਆਇਆ ਸੀ ਕਿ ਪਹਿਲੇ ਗੁਰਮਤਿ ਦੇ ਕਵੀ ਕਿਹੜੇ ਹੋਏ ਨੇ ਗੁਰਮਤਿ ਕਾਵਿ ਦੇ ਮੋਢੀ, ਔਰ ਵੀਰ ਤੇਜਿੰਦਰ ਸਿੰਘ ਨੇ ਜਵਾਬ ਦਿੱਤਾ ਸੀਗਾ ਕਿ ਗੁਰਮਤਿ ਕਾਵਿ ਦੇ ਮੋਢੀ ਬਾਬਾ ਫਰੀਦ ਜੀ ਸਨ। ਪਰ ਮੁੜ ਕੇ ਸੰਗਤ ਵਿੱਚੋਂ ਸਵਾਲ ਆਇਆ ਕਿ ਜੋ ਭਗਤ ਜੈਦੇਵ ਜੀ ਨੇ ਉਹ ਪਹਿਲੇ ਕਵੀ ਬਣਦੇ ਨੇ, ਬਈ ਬਾਬਾ ਫਰੀਦ ਜੀ ਤੋਂ ਵੀ ਸ਼ਾਇਦ ਸੀਨੀਅਰ ਨੇ। ਤਾਂ ਇਹਦੇ ਬਾਰੇ ਫਿਰ ਵਿਚਾਰ ਕੀਤੀ ਗਈ ਔਰ ਇਹ ਅਸੀਂ ਬੇਨਤੀ ਕੀਤੀ ਫਿਰ ਸਾਧ ਤੇਜਿੰਦਰ ਸਿੰਘ ਜੀ ਨੂੰ ਕਿ ਉਹ ਕਿਰਪਾ ਕਰਕੇ ਇਹਦਾ ਕਲੀਅਰ ਕਰਨ ਕਿ ਪਹਿਲੇ ਕਵੀ ਜਿਹੜੇ ਗੁਰਮਤਿ ਕਾਵਿ ਦੇ ਹੋਏ ਨੇ ਉਹ ਬਾਬਾ ਫਰੀਦ ਜੀ ਸਨ, ਤੇ ਜਿਹੜਾ ਬਾਬਾ ਜੈਦੇਵ ਜੀ ਦਾ ਰੋਲ ਹੈ ਇਹ ਕੀ ਹੈ, ਇਹਦੇ ਬਾਰੇ ਸਾਨੂੰ ਚਾਨਣਾ ਪਾਉਣ ਤੇਜਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੀ ਵਾਰੀ ਜਦੋਂ ਇਹ ਸਵਾਲ ਆਇਆ ਸੀਗਾ ਤਾਂ ਉਸ ਦੇ ਵਿੱਚ ਅਸੀਂ ਜੋ ਸਾਡੇ ਕੋਲ ਇਨਫੋਰਮੇਸ਼ਨ ਅਵੇਲੇਬਲ ਸੀਗੀ ਉਸ ਇਨਫੋਰਮੇਸ਼ਨ ਦੇ ਆਧਾਰ ਦੇ ਉੱਤੇ ਅਸੀਂ ਇਹ ਪਾਇਆ ਸੀਗਾ ਕਿ ਜਿਹੜੇ ਭਗਤ ਫਰੀਦ ਜੀ ਨੇ ਉਹਨਾਂ ਦਾ ਜਨਮ ਜਿਹੜਾ ਹੈ ਪਹਿਲੇ ਹੋਇਆ ਹੈ, ਔਰ ਬਾਕੀ ਕਬੀਰ ਸਾਹਿਬ ਔਰ ਦੂਸਰੇ ਜਿਹੜੇ ਹਨ ਉਹਨਾਂ ਦਾ ਜਨਮ ਜਿਹੜਾ ਹੈ ਉਹਨਾਂ ਤੋਂ ਬਾਅਦ ਦੀ ਸਦੀ ਦੇ ਵਿੱਚ ਹੋਇਆ ਹੈ। ਤੋ ਜਦੋਂ ਅਸੀਂ ਪਿਛਲੀ ਵਾਰੀ ਜਿਹੜਾ ਸਵਾਲ ਕੀਤਾ ਸੀਗਾ ਕਿ ਭਗਤ ਜਿਹੜੇ ਜੈਦੇਵ ਜੀ ਹਨ ਉਹਨਾਂ ਦਾ ਜਿਹੜਾ ਜੀਵਨ ਕਾਲ ਹੈ ਉਹ ਇਸ ਤੋਂ ਪਹਿਲੇ ਦਾ ਲੱਗਦਾ ਹੈ। ਤੋਂ ਪਹਿਲੇ ਜਿਹੜੀ ਜਾਣਕਾਰੀ ਅਸੀਂ ਜੈਦੇਵ ਦੇ ਭਗਤ ਜੀ ਦੇ ਬਾਰੇ ਦੇਖਿਆ ਸੀ ਤੇ ਉਹਨਾਂ ਦਾ ਸਮਾਂ ਜਿਹੜਾ ਉਹਦੇ ਵਿੱਚ ਕਨਫਿਊਜ਼ਨ ਸੀਗਾ ਕਿ ਜਦੋਂ ਆਲ ਅਬਾਊਟ ਸਿੱਖਸ ਯੂਰ ਗੇਟਵੇ ਟੂ ਸਿੱਖਿਜ਼ਮ ਦੇ ਵਿੱਚੋਂ ਅਸੀਂ ਇਨਫੋਰਮੇਸ਼ਨ ਲਈ ਸੀ ਤਾਂ ਉਹਦੇ ਵਿੱਚ ਜਿਹੜੇ ਉਸ ਸਮੇਂ ਦੇ ਉੜੀਸਾ ਦੇ ਰਾਜੇ ਸਨ, ਰਾਜਾ ਕਰਨ ਮਾਵ, ਉਹਨਾਂ ਦਾ ਪੀਰੀਅਡ 1142-1156 ਬਣਦਾ ਸੀਗਾ ਤੇ ਰਾਜਾ ਪੁਰਸ਼ੋਤਮ ਦੇਵ ਦਾ 1170 ਤੋਂ 1180 ਦਾ ਬਣਦਾ ਸੀ। ਇਹ ਦੋਨੋਂ ਉੜੀਸਾ ਦੇ ਰਾਜੇ ਸਨ ਤੇ ਉਹਦੇ ਵਿੱਚ ਇਹ ਬਿਆਨ ਕੀਤਾ ਗਿਆ ਸੀਗਾ ਕਿ ਭਗਤ ਜੈਦੇਵ ਜੀ ਜਿਹੜੇ ਉਹਨਾਂ ਦੇ ਸਮੇਂ ਜਿਹੜੇ ਹਨ ਉਹ ਮਸ਼ਹੂਰ ਹੋਏ ਹਨ। ਤੋ ਉਸ ਤੋਂ ਇਹ ਪਤਾ ਕਨਫਿਊਜ਼ਨ ਸੀਗਾ ਬਾਅਦ ਵਿੱਚ ਜਦੋਂ ਇੱਕ ਹੋਰ ਸੋਰਸ ਦੇ ਵਿੱਚੋਂ ਅਸੀਂ ਇਨਫੋਰਮੇਸ਼ਨ ਲਈ, ਐਕਸਰਟਸ ਟੇਕਨ ਫਰਮ ਇਨਸਾਈਕਲੋਪੀਡੀਆ ਆਫ ਸਿੱਖਿਜ਼ਮ ਬਾਈ ਹਰਬੰਸ ਸਿੰਘ ਜੀ, ਜਿਹੜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਛਾਪਿਆ ਸੀ। ਤੇ ਉਹਦੇ ਵਿੱਚ ਜਿਹੜਾ ਪੀਰੀਅਡ ਸੀਗਾ ਉਹ ਥੋੜਾ ਜਿਹਾ ਉਹਦੇ ਚ 1201 ਦਾ ਜੇਕਰ ਆਉਂਦਾ ਸੀਗਾ ਉਹਨਾਂ ਦੇ
ਪੈਦਾ ਹੋਣ ਦਾ, ਜਨਮ ਦਾ, ਔਰ ਉਹਨਾਂ ਦੀ ਜਿਹੜੀ ਇਸ ਸੰਸਾਰ ਤੋਂ ਜਿਹੜੇ ਵਿਦਾ ਹੋਏ ਉਹ 1273 AD ਦੇ ਵਿੱਚ ਹੋਏ ਸਨ। ਤੋ ਇਸ ਕਨਫਿਊਜ਼ਨ ਦੇ ਵੀ ਦੇਖਦੇ ਆਏ ਉਦੋਂ ਅਸੀਂ ਇਹ ਫੈਸਲਾ ਕੀਤਾ ਸੀਗਾ ਕਿ ਭਗਤ ਫਰੀਦ ਜੀ ਜਿਹੜੇ ਹਨ ਉਹੀ ਜਿਹੜੇ ਹਨ ਉਹ ਗੁਰਮਤਿ ਕਾਵਿ ਦੇ ਜਿਹੜੇ ਮੋਢੀ ਹਨ। ਲੇਕਿਨ ਹੁਣ ਇਸ ਜਿਹੜਾ ਪਿਛਲੀ ਵਾਰੀ ਸਵਾਲ ਆਇਆ ਸੀਗਾ ਉਸ ਦੇ ਵਿੱਚ ਜਦੋਂ ਅਸੀਂ ਦੁਬਾਰਾ ਇਸ ਨੂੰ ਦੇਖਿਆ ਤਾਂ ਉਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੀ ਰਚਨਹਾਰ ਦੇ ਬਾਰੇ ਜਿਹੜੀ ਇਨਫੋਰਮੇਸ਼ਨ ਦਿੱਤੀ ਹੋਈ ਹੈ ਉਹਦੇ ਵਿੱਚ ਪ੍ਰਚਲਿਤ ਮਤ ਦੇ ਅਨੁਸਾਰ ਆਪ ਭਗਤ ਜੀ ਦਾ ਜਨਮ 1170 ਈਸਵੀ ਵਿੱਚ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਵਿੱਚ ਹੋਇਆ ਹੈ। ਭਾਈ ਕਾਨ ਸਿੰਘ ਨਾਭਾ ਜੀ ਨੇ ਵੀ ਇਸ ਦੇ ਬਾਰੇ ਭਗਤ ਜੀ ਦੇ ਜੀਵਨ ਦੇ ਬਾਰੇ ਲਿਖਿਆ ਹੈ। ਤੋ ਜਦੋਂ ਅਸੀਂ ਇਸ ਨੂੰ ਹੋਰ ਅੱਗੇ ਵਧਾਇਆ ਤੇ ਗੂਗਲ ਦੇ ਵਿੱਚ ਅਸੀਂ ਚੈੱਕ ਕੀਤਾ ਤੇ ਗੂਗਲ ਦੇ ਵਿੱਚੋਂ ਉਹਨਾਂ ਦਾ ਜਨਮ ਜਿਹੜਾ ਹੈ ਉਹ 1177 ਕ੍ਰਿਸਚਨ ਏਰਾ ਦੇ ਵਿੱਚ ਜਿਹੜਾ ਹੈ ਦੱਸਿਆ ਜਾਂਦਾ ਹੈ, ਔਰ ਉਹਨਾਂ ਦੇ ਜਿਹੜਾ ਸੰਸਾਰ ਤੋਂ ਵਿਦਾ ਹੋਣ ਦਾ ਜਿਹੜਾ ਪੀਰੀਅਡ ਹੈ 1245 ਉੜੀਸਾ ਵਿੱਚ ਲਿਖਿਆ ਗਿਆ ਹੈ। ਤੋ ਉਹਨਾਂ ਦੀ ਬਾਣੀ ਦਾ ਵੇਰਵਾ ਵੀ ਅਸੀਂ ਪਿਛਲੀ ਵਾਰੀ ਅਸੀਂ ਦੇਖਿਆ ਸੀਗਾ ਤੇ ਉਹਨਾਂ ਦੀ ਬਾਣੀ ਵੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਹੈ ਦੋ ਜਗ੍ਹਾ ਦੇ ਉੱਪਰ, ਇੱਕ 508 ਦੇ ਵਿੱਚ ਆਉਂਦੀ ਹੈ ਔਰ ਦੂਸਰਾ ਜਿਹੜਾ ਸ਼ਬਦ ਉਹਨਾਂ ਦਾ 1100 ਜਿਹੜਾ ਹੈ 1106 ਦੇ ਉੱਪਰ ਆਉਂਦਾ ਹੈ। ਤੋ ਜਿਹੜਾ 1106 ਦੇ ਵਿੱਚ ਰਾਗ ਮਾਰੂ ਬਾਣੀ ਜੈਦੇਵ ਜੀ ਕੀ ਆਂਦੀ ਹੈ, ਚੰਦ ਸਦ ਭੇਦਿਆ ਨਾਦ ਸਤ ਪੂਰਿਆ ਸੂਰ ਸਤ ਖੋੜ ਸਾਦਤ ਕੀਆ। ਤੇ ਉਸ ਤੋਂ ਜਿਹੜਾ ਅਗਲਾ ਸ਼ਬਦ ਹੈ ਗੁਜਰੀ ਵਿੱਚ ਹੈ, ਇਹ ਸ਼ਬਦ ਜਿਹੜਾ ਹੈ ਰਾਗ ਮਾਰੂ ਵਿੱਚ ਹੈ ਔਰ ਗੁਜਰੀ ਮਹੱਲਾ ਪੰਜਵਾਂ ਘਰ ਚੌਥਾ ਵਿੱਚ ਨਾਥ ਨਾਰ ਹਰ ਦੀਨ ਬੰਦਾ ਪਤਤ ਪਾਵਨ ਦੇਵ। ਤੋ ਇਹ ਸ਼ਬਦ ਜਿਹੜਾ ਹੈ ਇਹ ਦੋ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਦੇ ਆਉਂਦੇ ਹਨ। ਸੋ ਜਿੱਥੇ ਤੱਕ ਉਹਨਾਂ ਦੇ ਜੀਵਨ ਕਾਲ ਦਾ ਹੈ ਤੋ ਇਹ ਕਨਫਿਊਜ਼ਨ ਹੁਣ ਕਲੀਅਰ ਹੁੰਦਾ ਹੈ, ਕਿਉਂਕਿ ਅਸੀਂ ਪਿਛਲੀ ਵਾਰੀ ਇਹ ਵੀ ਕਿਹਾ ਸੀਗਾ ਕਿ ਬਾਣੀ ਉਹਨਾਂ ਦੀ ਜਿਹੜੀ ਹੈ ਪੰਜਾਬੀ ਦੇ ਵੀ ਭਾਸ਼ਾ ਵਿੱਚ ਹੈ ਤੇ ਇਸ ਕਰਕੇ ਉਹਨਾਂ ਨੂੰ ਗੁਰਮਤਿ ਕਾਵਿ ਦਾ ਮੋਢੀ ਮੰਨਿਆ ਗਿਆ। ਲੇਕਿਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀਆਂ ਹਨ ਹੋਰ ਜਿਹੜੀਆਂ ਬਾਣੀਆਂ ਜਿਹੜੀਆਂ ਹਨ ਉਹ ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ 5894 ਸ਼ਬਦ ਹਨ ਤੇ ਉਹਦੇ ਵਿੱਚ ਜਿਹੜੇ ਭਾਸ਼ਾਵਾਂ ਵਰਤੀਆਂ ਗਈਆਂ ਹਨ ਉਹਨਾਂ ਵਿੱਚ ਲਹਿੰਦਾ ਵੈਸਟਰਨ ਪੰਜਾਬ ਦੀ ਬ੍ਰਿਜ ਭਾਸ਼ਾ, ਕੋਰਾਵੀ, ਸੰਸਕ੍ਰਿਤ, ਸਿੰਧੀ, ਪਰਸ਼ੀਅਨ ਔਰ ਸੰਤ ਭਾਸ਼ਾ ਜਿਹੜੀ ਵਰਤੀ ਗਈ ਹੈ। ਤੋ ਇਹਨਾਂ ਨੇ ਜਿਹੜੀ ਆਪਣੀ ਮੂਲ ਰਚਨਾ ਹੈ ਉਹ ਸੰਸਕ੍ਰਿਤ ਵਿੱਚ ਲਿਖੀ ਹੈ, ਜਿਸ ਦੇ ਪਿੱਛੇ ਜਿਹੜਾ ਸ਼ਬਦ ਹੈ ਭਗਤ ਜੈਦੇਵ ਜੀ ਦਾ ਵੀਰ MP ਸਿੰਘ ਜੀ ਨੇ ਵੀ ਉਸ ਦੇ ਅਰਥ ਜਿਹੜੇ ਕੀਤੇ ਸਨ। ਤੋ ਅਸੀਂ ਇਸ ਵਿੱਚ ਨਹੀਂ ਪੈਣਾ ਕਿ ਉਹਨਾਂ ਦੀ ਭਾਸ਼ਾ ਪੰਜਾਬੀ ਨਹੀਂ ਸੀ ਤੇ ਭਗਤ ਫਰੀਦ ਜੀ ਦੀ ਪੰਜਾਬੀ ਸੀ। ਤੋ ਇਸ ਕਰਕੇ ਅੱਜ ਅਸੀਂ ਇਸ ਵਿਚਾਰ ਤੇ ਪਹੁੰਚੇ ਹਾਂ ਕਿ ਭਗਤ ਜੈਦੇਵ ਜੀ ਹੀ ਜਿਹੜੇ ਗੁਰਮਤਿ ਕਾਵਿ ਦੇ ਜਿਹੜੇ ਹਨ ਮੋਢੀ ਹਨ, ਜਿਨ੍ਹਾਂ ਦਾ ਜਨਮ ਜਿਹੜਾ ਹੈ ਉਹ 1173 ਈਸਵੀ ਦੇ ਵਿੱਚ ਹੋਇਆ ਹੈ। ਆਸ ਹੈ ਜਿਹੜੇ ਵੀਰ ਜੀ ਨੇ ਸਵਾਲ ਪੁੱਛਿਆ ਹੈ ਉਹਨਾਂ ਦਾ ਜਿਹੜਾ ਖਦਸ਼ਾ ਉਹ ਠੀਕ ਸੀਗਾ ਤੇ ਅਸੀਂ ਇੱਥੇ ਦੱਸਣਾ ਚਾਹੁੰਦੇ ਹਾਂ ਕਿ ਗੁਰਮਤਿ ਕਾਵਿ ਦੇ ਮੋਢੀ ਜਿਨ੍ਹਾਂ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਉਹ ਭਗਤ ਜੈਦੇਵ ਜੀ ਹਨ। ਉਹਨਾਂ ਤੋਂ ਬਾਅਦ ਭਗਤ ਫਰੀਦ ਜੀ ਔਰ ਫਿਰ ਭਗਤ ਕਬੀਰ ਜੀ ਔਰ ਬਾਕੀ ਜਿਹੜੇ ਹਨ ਉਹ ਭਗਤ ਆਉਂਦੇ ਹਨ। ਆਸ ਹੈ ਵੀਰ ਜੀ ਨੂੰ ਇਸ ਨਾਲ ਤਸੱਲੀ ਹੋ ਗਈ ਹੋਵੇਗੀ। ਹੋਰ ਕਿਸੇ ਵੀਰ ਕੋਲ ਕੋਈ ਇਸ ਬਾਰੇ ਵਿਚਾਰ ਹੋਣ ਤਾਂ ਉਹ ਜ਼ਰੂਰ ਦੇ ਸਕਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ। ਤੋ ਵੀ ਤੇਜਿੰਦਰ ਸਿੰਘ ਜੀ ਨੇ ਤਰੀਕਾ ਸਹਿਤ ਸਾਨੂੰ ਸਾਰਾ ਖੋਜ ਕਰਕੇ ਦੱਸਿਆ। ਅਸਲ 'ਚ ਜਿਹੜੀ ਹਿਸਟਰੀ ਹੈ ਇਹ ਐਕਸਪਲੇਨ ਕਰਨੀ ਸਭ ਤੋਂ ਔਖੀ ਹੁੰਦੀ, ਖਾਸ ਕਰਕੇ ਜਿਹੜਾ ਕ੍ਰੋਨੋਲੋਜੀਕਲ ਆਰਡਰ 'ਚ ਦੇਣਾ ਹੁੰਦਾ ਹੈ ਇਹਦੇ ਲਈ ਬੜੀ ਮਿਹਨਤ ਚਾਹੀਦੀ ਹੈ, ਕਿਉਂਕਿ ਕਈ ਤਰ੍ਹਾਂ ਦੀ ਕੰਟਰਡਿਕਸ਼ਨਸ ਹੁੰਦੀਆਂ ਨੇ। ਜਿਵੇਂ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ ਕਿ ਉਹਨਾਂ ਨੇ ਵੱਖ-ਵੱਖ ਸੋਰਸ ਤੋਂ ਆਪਣੇ ਕੋਸ਼ਿਸ਼ ਕੀਤੀ ਹੈ ਇਨਫੋਰਮੇਸ਼ਨ ਇਕੱਠੀ ਕਰਨ ਦੀ, ਤੇ ਇਹ ਕਾਫੀ ਮਿਹਨਤ ਦਾ ਕੰਮ ਹੈ। ਤੋ ਇਸ ਲਈ ਅਸੀਂ ਤੇਜਿੰਦਰ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੋ ਸਾਡੇ ਕੋਲ ਇਤਿਹਾਸ ਲਈ ਇੱਕ ਸਾਹਿਬ ਮਨਮੋਹਨ ਸਿੰਘ ਜੀ ਤੇ ਦੂਜੇ ਤੇਜਿੰਦਰ ਸਿੰਘ ਜੀ, ਇਹਨਾਂ ਨੂੰ ਅਸੀਂ ਜ਼ਰੂਰ ਮਤਲਬ ਹੈ ਵੀ ਅੱਗੇ ਲਾਈਦਾ, ਕਿਉਂਕਿ ਇਹਨਾਂ ਦੀ ਇਸ ਪਾਸੇ ਮਾਸਟਰੀ ਹੈ। ਵਾਹਿਗੁਰੂ ਕਿਰਪਾ ਕਰਨ, ਇਹਨਾਂ ਤੇ ਮਿਹਰ ਕਰਨ। ਤੋ ਆਓ ਸਾਧ ਸੰਗਤ ਜੀ, ਆਪਣੇ ਕੋਲ ਜੋ ਹੋਰ ਸਵਾਲ ਹੋ ਸਕਦੇ ਨੇ ਦਿੱਤੇ ਸਮੇਂ 'ਚ ਆਪਾਂ ਕਰਾਂਗੇ। ਪਿਛਲੀ ਵਾਰੀ ਜਿਸ ਵੇਲੇ ਵਿਚਾਰ ਚੱਲ ਰਹੀ ਸੀ ਤਾਂ ਵਿਚਾਰ ਚਲਦਿਆਂ ਡਾਕਟਰ ਸਾਹਿਬ ਸਿੰਘ ਜੀ ਸ਼ਾਇਦ ਪੱਟੀ ਤੋਂ ਨੇ, ਉਹਨਾਂ ਨੇ ਇੱਕ ਸਵਾਲ ਦੇ ਇੱਕ ਗੁਰਬਾਣੀ ਦੀ ਤੁਕ ਬੋਲੀ ਸੀ, ਨਾ ਕਹੋ ਮੂਆ ਨਾ ਮਰਨੇ ਜੋ। ਇਹਦੇ ਬਾਰੇ ਜੋ ਕਿ ਮਤਲਬ ਇਹਦੀ ਪੂਰੀ ਜਿਹੜੀ ਐਕਸਪਲੇਨੇਸ਼ਨ ਹੈ
ਜਿਹੜੀ ਉਦੋਂ ਡਿਸਕਸ਼ਨ ਚੱਲ ਰਹੀ ਸੀ, ਕਿਉਂਕਿ ਉਸ ਵੇਲੇ ਸਮਾਂ ਹੋ ਗਿਆ ਸੀਗਾ। ਤੋਂ ਮੈਂ ਬੇਨਤੀ ਕਰ ਰਿਹਾ ਵੀਰ ਹਰਜੀਤ ਸਿੰਘ ਜੀ ਨੂੰ ਵੀ ਇਹਦੇ ਬਾਰੇ ਉਹ ਕੰਪਲੀਟ ਕਰਨ ਇਸ ਗੱਲ ਨੂੰ, ਕਿਉਂਕਿ ਉਦੋਂ ਡਿਸਕਸ਼ਨ ਦੇ ਵਿੱਚ ਇਹ ਗੱਲ ਚੱਲ ਰਹੀ ਸੀ। ਤੋਂ ਵੀਰ ਹਰਜੀਤ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦੀ ਇਹ ਪਾਵਨ ਪੰਕਤੀ ਰਾਮਕਲੀ ਰਾਗ ਦੇ ਸ਼ਬਦ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ, ਸਾਹਿਬ ਜੀ ਦੇ ਪਾਵਨ ਅੰਕ 885 ਤੇ ਸ਼ੋਭਤ ਹੈ। ਉਸ ਗੁਰਬਾਣੀ ਦੀ ਪੰਕਤੀ ਉਸ ਸ਼ਬਦ ਦੇ ਵਿੱਚੋਂ ਲਈ ਗਈ ਹੈ। ਜਦੋਂ ਵੀ ਅਸੀਂ ਕਿਤੇ ਗੁਰਬਾਣੀ ਦੀ ਵਿਚਾਰ ਕਰਨੀ ਹੈ, ਸਭ ਤੋਂ ਪਹਿਲਾਂ ਇਹ ਜ਼ਰੂਰੀ ਹੁੰਦਾ ਵੀ ਅਸੀਂ ਉਹਦੀ ਰਹਾਉ ਦੀ ਪੰਕਤੀ ਦੀ ਵਿਚਾਰ ਕਰੀਏ, ਜਿੱਥੋਂ ਸਾਨੂੰ ਪੂਰੀ ਸਮਝ ਆ ਜਾਏ। ਜਦੋਂ ਅਸੀਂ ਇੱਕ ਪੰਕਤੀ ਦੀ ਵਿਚਾਰ ਕਰਦੇ ਹਾਂ ਤਾਂ ਉਹ ਗੱਲ ਪੂਰੀ ਬਣਦੀ ਨਹੀਂ ਤੇ ਨਾ ਹੀ ਪੂਰੀ ਤਰ੍ਹਾਂ ਸਮਝ ਵਿੱਚ ਆਉਂਦੀ ਹੈ। ਇਹ ਜਿਹੜਾ ਸ਼ਬਦ 4 ਅੰਕਾਂ ਦਾ ਇਹਦਾ ਸ਼ਬਦ ਹੈ, 10ਵਾਂ ਸ਼ਬਦ ਹੈ ਗੁਰੂ ਅਰਜਨ ਦੇਵ ਮਹਾਰਾਜ ਦਾ। ਇਹਦੇ 'ਚ ਪਵਨ ਹੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ। ਆਪ ਜੀ ਦੀ ਸਕਰੀਨ ਤੇ ਵੀ ਸ਼ੇਅਰ ਹੋ ਗਿਆ। ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ। ਆਮ ਤੌਰ ਤੇ ਮ੍ਰਿਤਕ ਦੇ ਅਕਾਲ ਚਲਾਣੇ ਦੇ ਅੰਤਮ ਅਰਦਾਸ ਦੇ ਵੇਲੇ ਸ਼ਬਦ ਪੜ੍ਹੇ ਜਾਂਦੇ ਨੇ, ਪਰ ਜੇ ਇਹਦੇ ਵਿਚਾਰ ਸਮਝ ਲਈਏ, ਅੰਤਰੀਵ ਭਾਵ ਸਮਝ ਲਈਏ, ਫਿਰ ਇਉਂ ਲੱਗਦਾ ਵੀ ਇਹ ਸ਼ਬਦ ਤਾਂ ਮ੍ਰਿਤਕ ਦੇ ਨਾਲ ਸੰਬੰਧ ਹੀ ਨਹੀਂ ਸੀ ਰੱਖਦਾ। ਅਸਲ ਕਹਾਣੀ ਤਾਂ ਸਾਰੀ ਜਿਉਂਦਿਆਂ ਜੀ ਸ਼ਬਦ ਪੜ੍ਹਨ ਦੀ ਸੀ। ਰਹਾਉ ਦੀ ਪੰਕਤੀ ਹੈ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ। ਇਹ ਸ਼ਬਦ ਦੀ ਰਹਾਉ ਦੀ ਪੰਕਤੀ ਹੈ। ਇਸ ਰਹਾਉ ਦੀ ਪੰਕਤੀ ਵਿੱਚ ਜਦੋਂ ਅਸੀਂ ਵਿਚਾਰ ਕਰਦੇ ਹਾਂ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਵੀ ਭਾਈ, ਅਸਲ 'ਚ ਜੀਵ ਆਤਮਾ ਤਾਂ ਮਰਦੀ ਨਹੀਂ। ਦੱਸੋ ਕੌਣ ਮਰਿਆ? ਇਹ ਮਰਦੀ ਨਹੀਂ ਕਹਿੰਦੇ, ਪੱਕੀ ਗੱਲ ਹੈ। ਜਿਹੜਾ ਕੋਈ ਗੁਰੂ ਦੀ ਸ਼ਰਨ ਪੈ ਕੇ ਗੁਰਮੁਖ ਪਰਮਾਤਮਾ ਨਾਲ ਆਪਣੀ ਸਾਂਝ ਬਣਾ ਲੈਂਦਾ ਹੈ, ਉਹਨੂੰ ਬੇਸ਼ੱਕ ਇਹ ਗੱਲ ਪੁੱਛ ਕੇ ਵੇਖ ਲਓ, ਇਹਨੂੰ ਇਹ ਗੱਲ ਸਮਝ ਆ ਜਾਂਦੀ ਹੈ ਵੀ ਜਨਮ ਤੇ ਮਰਨ ਵਾਲੀ ਜਿਹੜੀ ਕਹਾਣੀ ਹੈ ਇਹ ਖੇਡ ਹੈ, ਇਸ ਤੋਂ ਇਲਾਵਾ ਹੋਰ ਕੁਛ ਨਹੀਂ। ਇਹ ਰਹਾਉ ਦੀ ਪੰਕਤੀ ਹੈ ਜਿਹੜੀ ਇਸ ਸ਼ਬਦ ਦੀ ਹੈ। ਤੋ ਇਹ ਜੋ ਕੁਝ ਅਸੀਂ ਵੇਖਦੇ ਹਾਂ, ਆਪਣਾ ਆਲਾ ਦੁਆਲਾ ਪਸਾਰਾ ਜੋ ਕੁਝ ਅਸੀਂ ਵੇਖਦੇ ਹਾਂ, ਇਹ ਪਰਮੇਸ਼ਰ ਦਾ ਇੱਕ ਸਰਗੁਣ ਸਰੂਪ ਹੈ। ਇਸ ਸਰਗੁਣ ਸਰੂਪ ਦੇ ਵਿੱਚ ਨਿਰਗੁਣ ਦਾ ਆਪਣਾ ਵਾਸਾ ਹੈ, ਉਹਦਾ ਆਪਣਾ ਨਿਵਾਸ ਹੈ, ਪਰ ਹੈ ਉਹ ਸੂਖਮ, ਦਿਸਦਾ ਨਹੀਂ। ਅਸੀਂ ਤੁਸੀਂ ਸਾਰੇ ਜਿੰਨੇ ਅਸੀਂ ਬੈਠੇ ਹਾਂ, ਉਹਦੀ ਜੋ ਉਹਨੇ ਪੈਦਾ ਕੀਤਾ ਹੈ, ਸਾਡਾ ਕੋਈ ਰੂਪ ਹੈ, ਸਾਡੀ ਕੋਈ ਸ਼ਕਲ ਹੈ, ਸਾਡਾ ਕੋਈ ਆਕਾਰ ਹੈ, ਸਾਡਾ ਕੋਈ ਸਰੂਪ ਹੈ। ਇਸ ਕਰਕੇ ਅਸੀਂ ਤੁਸੀਂ ਰੱਬ ਨਹੀਂ ਆ, ਪਰ ਰੱਬ ਸਾਡੇ ਵਿੱਚ ਹੈ। ਜਿਹੜੀ ਗੱਲ ਸਮਝਣ ਦੀ ਲੋੜ ਹੈ ਵੀ ਇਹ ਅਸੀਂ ਤੁਸੀਂ ਰੱਬ ਨਹੀਂ ਆ, ਪਰ ਰੱਬ ਸਾਡੇ ਵਿੱਚ ਹੈ, ਸਾਡੇ ਵਿੱਚ ਰਹਿੰਦਾ ਹੈ। ਨਿਰਗੁਣ ਪ੍ਰਭੂ ਸਰਗੁਣ ਦੇ ਅੰਦਰ ਰਹਿੰਦਾ ਹੈ। ਹੁਣ ਕਿਵੇਂ ਰਹਿੰਦਾ ਹੈ? ਉਹਦੀ ਕੋਈ ਖਾਸ ਰੂਪ ਨਹੀਂ, ਉਹਦਾ ਖਾਸ ਸ਼ਕਲ ਨਹੀਂ, ਆਕਾਰ ਨਹੀਂ। ਹਾਂ, ਉਹ ਜੋਤ ਸਰੂਪ ਹੈ। ਦਿਸਦਾ ਸਰਗੁਣ ਸਰੂਪ ਜਿਹੜਾ ਬਿਨਸਨਹਾਰ ਹੈ, ਪਰ ਜਿਹੜਾ ਨਿਰਗੁਣ ਸਰੂਪ ਹੈ ਜੋ ਇਹਦੇ ਵਿੱਚ ਵਸ ਰਿਹਾ ਹੈ, ਉਹ ਕਦੀ ਨਾਸ਼ ਹੋਣ ਵਾਲਾ ਨਹੀਂ, ਸਦਾ ਕਾਇਮ ਰਹਿਣ ਵਾਲਾ ਹੈ। ਇਸ ਕਰਕੇ ਮਰਦਾ ਨਹੀਂ, ਜੋ ਇਹਦੇ ਚ ਵਸਦਾ ਹੈ। ਜੋਤ ਸਰੂਪ ਪ੍ਰਭੂ, ਉਹਦੀ ਜੋਤ ਹੈ, ਉਹ ਟਿਕਾਉਂਦਾ ਤੇ ਆਉਂਦੀ ਹੈ, ਉਹ ਵਾਪਸ ਸੱਦਦਾ ਤੇ ਚਲੀ ਜਾਂਦੀ ਹੈ, ਪਰ ਉਹ ਦਿਸਦੀ ਨਹੀਂ। ਜੇ ਪਰਮੇਸ਼ਰ ਨਹੀਂ ਦਿਸਦਾ ਤੇ ਉਹ ਵੀ ਨਹੀਂ ਦਿਸਦੀ, ਕਿਉਂਕਿ ਸੂਖਸ਼ਮ ਪ੍ਰਭੂ ਦੀ ਸੂਖਮ ਸਰੂਪ ਹੈ, ਇਸ ਕਰਕੇ ਉਹ ਨਜ਼ਰ ਨਹੀਂ ਆਉਂਦੀ। ਹੁਣ ਜੇ ਅਸੀਂ ਥੋੜਾ ਜਿਹਾ ਸਰੀਰ ਦੀ ਕਹਾਣੀ ਵੱਲ ਦੇਖੀਏ ਤਾਂ ਸਰੀਰ ਤੇ ਆਤਮਾ ਦਾ ਅਵਸਥਾ ਭੇਦ ਕਰਕੇ ਇੱਕ ਸਥੂਲ ਹੈ, ਦੂਜਾ ਸੂਖਮ ਹੈ। ਸਥੂਲ ਵਾਂਗ ਭਾਵ ਸਰੀਰ ਰਕਤ ਬਿੰਦ ਦੇ ਮੇਲ ਤੋਂ ਬਣਨਾ ਸ਼ੁਰੂ ਹੁੰਦਾ ਹੈ, ਨਾਸ਼ਵੰਤ ਚੀਜ਼ਾਂ ਤੋਂ। ਇਸਤਰੀ ਪੁਰਖ ਨਾਸ਼ਵਾਨ ਹਨ। ਰਕਤ ਇਸਤਰੀ ਦੇ ਸਰੀਰ ਦਾ ਹਿੱਸਾ ਹੈ, ਬਿੰਦ ਮਰਦ ਦੇ ਸਰੀਰ ਦਾ ਹਿੱਸਾ ਹੈ। ਦੋਨੋਂ ਜਦੋਂ ਮਿਲਦੇ ਨੇ, ਜੁਝ ਬਣਦੇ ਨੇ, ਮਾਸ ਦਾ ਲੁਥੜਾ ਬਣਦਾ, ਪ੍ਰਫੁੱਲਤ ਹੁੰਦਾ ਹੈ, ਤੇ ਉਹ ਜੀਵ ਆਤਮਾ ਦੇ ਲਈ ਇੱਕ ਜਾਮਾ ਤਿਆਰ ਕੀਤਾ ਜਾਂਦਾ ਹੈ, ਜਿੱਥੇ ਉਹ ਪਰਮੇਸ਼ਰ ਨੇ ਆਪਣੀ ਜੋਤ ਆ ਕੇ ਟਿਕਾਉਣੀ ਹੈ। ਉਹਦੇ ਲਈ ਇੱਕ ਜਾਮਾ ਤਿਆਰ ਕੀਤਾ ਜਾਂਦਾ ਹੈ। ਤੇ ਇਹ ਜਿਹੜਾ ਜਾਮਾ ਤਿਆਰ ਕੀਤਾ ਜਾਂਦਾ ਹੈ,
ਉਹਦਾ ਨਾਂ ਹੈ, ਜਦੋਂ ਪਰਮੇਸ਼ਰ ਆਤਮਾ ਟਿਕਾਉਂਦਾ ਦਾ ਨਾਂ ਹੈ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਉਦੋਂ ਇਹ ਕਹਾਣੀ ਸਾਰੀ ਜਿਹੜੀ ਹੈ ਜੀਵਨ ਦੀ ਜਿਹੜੀ ਸ਼ੁਰੂ ਹੋ ਜਾਂਦੀ ਹੈ। ਉਦੋਂ ਇਹ ਇਨਸਾਨ ਦੀ ਜਿਹੜੀ ਇਸ ਸੰਸਾਰ ਦੇ ਉੱਤੇ ਹਰਕਤ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ, ਡਿਵੈਲਪਮੈਂਟ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਜੋਤ ਉਸ ਪਰਮੇਸ਼ਰ ਦੀ ਹੈ। ਜਦੋਂ ਅਸੀਂ ਸਮਝਦੇ ਹਾਂ ਕਿ ਪ੍ਰਾਣੀ ਮਰ ਗਿਆ, ਇਹਦੇ ਅੰਦਰਲੀ ਜੋਤ ਨਹੀਂ ਮਰਦੀ, ਕਿਉਂ ਮਰਨ ਯੋਗ ਹੀ ਨਹੀਂ ਹੈ। ਉਹ ਪਰਮੇਸ਼ਰ ਹੈ, ਪਰਮੇਸ਼ਰ ਦਾ ਹਿੱਸਾ ਹੈ, ਪਰਮੇਸ਼ਰ ਦੀ ਅੰਸ਼ ਹੈ। ਜੇ ਪਰਮੇਸ਼ਰ ਨਹੀਂ ਮਰਦਾ, ਅਸੀਂ ਨੇ ਆਪਣੇ ਦੋਸਤ ਦੇ ਮੂਲ ਮੰਤਰ 'ਚ ਵੀ ਇਹ ਗੱਲ ਪੜ੍ਹਦੇ ਹਾਂ ਵੀ ਉਹ ਪਰਮੇਸ਼ਰ ਨਹੀਂ ਮਰਦਾ, ਉਹਦਾ ਸਰੂਪ ਵੀ ਨਿਰਗੁਣ ਸਰੂਪ ਹੈ, ਦਿਸਦਾ ਵੀ ਨਹੀਂ ਹੈ। ਅਸੀਂ ਸਮਝਦੇ ਪ੍ਰਾਣੀ ਮਰ ਗਿਆ, ਅਸਲ 'ਚ ਹੁੰਦਾ ਕੀ ਹੈ ਕਿ ਉਹਦੇ ਜਿਹੜਾ 5 ਤੱਤੀ ਸਰੀਰ ਬਣਿਆ ਹੋਇਆ ਸੀ, ਉਹ ਵਿੱਚੋਂ ਜੋਤ ਨਿਕਲ ਜਾਂਦੀ ਹੈ। ਸਰੀਰ ਦਾ ਤੱਤ ਮਿੱਟੀ ਹੈ, ਇਹ ਮਿੱਟੀ ਦਾ ਮਿੱਟੀ ਵਿੱਚ ਜਾ ਰਲਦਾ ਹੈ। ਜਿਹੜਾ 5ਵਾਂ ਤੱਤ ਹੈ, 5 ਤੱਤਾਂ ਦਾ ਸਰੀਰ ਹੈ, ਇਹਦੇ ਬਾਰੇ ਵੀ ਇੱਕ ਕੁਐਸਚਨ ਆਇਆ ਹੋਇਆ, ਇਹ ਸ਼ਾਇਦ ਅਗਲੇ ਹਫਤੇ ਜਾਂ ਜਦੋਂ ਵੀ ਵਿਚਾਰ ਕਰਾਂਗੇ ਉਹਦੇ 'ਚ ਉਹਦਾ ਲੰਬਾ ਜਵਾਬ ਦੇ ਦਿੱਤਾ ਜਾਏਗਾ। ਮਿੱਟੀ ਧਰਤੀ ਦੀ ਮਿੱਟੀ ਨਾਲ ਮਿਲ ਜਾਂਦੀ ਹੈ। ਸਰਵ ਵਿਆਪਕ ਜੋਤ ਜਿਹੜੀ ਹੈ ਸਰਵ ਵਿਆਪਕ ਜੋਤ ਨਾਲ ਚਲੀ ਜਾਂਦੀ ਹੈ। ਹੁਣ ਦੱਸੋ ਫਿਰ ਰੋਂਦਾ ਕੀ ਕਾਰਨ ਹੈ? ਜੇ ਸ਼ਬਦ ਨੂੰ ਅਸੀਂ ਪਹਿਲੇ ਅੰਕ ਤੋਂ ਲੈ ਲਈਏ ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਪਵਨ ਹੈ ਮੈਂ ਪਵਨ ਸਮਾਇਆ, ਵੀ ਜੋਤ ਜੋਤੀ 'ਚ ਰਲ ਗਈ। ਸਵਾਸ ਉਹਦੀ ਜੋਤ ਹੈ, ਜੋਤੀ ਮੈਂ ਜੋਤ ਰਲ ਜਾਇਆ। ਮਾਟੀ ਮਾਟੀ ਹੋਈ ਏਕ, ਦੱਸੋ ਫਿਰ ਰੋਣਾ ਕਿਹਨੂੰ ਹੈ? ਰੋਮਨ ਹਰ ਕੀ ਕਵਰ ਟੇਕ, ਕਿਹਨੂੰ ਰੋਂਦੇ ਹੋ? ਕੌਣ ਮੂਆ, ਕੌਣ ਮੂਆ? ਦੱਸੋ ਕੌਣ ਮਰਿਆ ਬਈ? ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ, ਇਹ ਤਾਂ ਉਹਦੀ ਖੇਡ ਹੈ। ਹੁਣ ਅੱਗੇ ਜਾ ਕੇ ਜਦੋਂ ਅਗਲਾ ਅੰਕ ਅਸੀਂ ਪੜ੍ਹਦੇ ਹਾਂ ਤਾਂ ਗੁਰੂ ਪਾਤਸ਼ਾਹ ਜੀ ਜਵਾਬ ਕਹਿੰਦੇ ਨੇ ਕਿ ਕਿਸੇ ਸਰੀਰ ਦੇ ਵਿਛੋੜੇ ਦੇ ਰੋਣ ਵਾਲਾ ਪ੍ਰਾਣੀ ਬੀਤਣ ਵਾਲੀ ਗੱਲ ਇਹ ਨਹੀਂ ਸਮਝਦਾ ਵੀ ਹੁਣ ਤਾਂ ਵਿਛੋੜਾ ਹੋ ਰਿਹਾ, ਅਖੀਰ ਇੱਥੋਂ ਕੂਚ ਕਰ ਜਾਣਾ। ਜੀਵ ਅਸਲ 'ਚ ਭਰਮ ਤੇ ਮੋਹ ਦੇ ਬੰਧਨਾਂ ਵਿੱਚ ਵੱਜ ਜਾਂਦੇ ਨੇ। ਸਰੀਰ ਦਾ ਤੇ ਜੀਵਾਤਮਾ ਦਾ ਮਿਲਾਪ ਸੁਪਨੇ ਵਾਂਗ ਆਪਾਂ ਕਈ ਪ੍ਰਮਾਣ ਪਹਿਲਾਂ ਵਿਚਾਰ ਕਰ ਚੁੱਕੇ ਹਾਂ ਵੀ ਉਹ ਕਹਿੰਦੀ ਹੈ ਮੇਰੇ ਕੋਲ ਬਸ, ਉਹ ਕਹਿੰਦਾ ਮੈਂ ਹੁਕਮੀ ਬੰਦਾ ਹਾਂ, ਮੈਨੂੰ ਹੁਕਮ ਹੋਇਆ ਮੈਂ ਉਨੀ ਦੇਰ ਰਹਿਣਾ, ਜਦੋਂ ਹੁਕਮ ਹੋਇਆ ਮੈਂ ਚਲੇ ਜਾਣਾ। ਜੀਵਾਤਮਾ ਤੇ ਸਰੀਰ ਦਾ ਮਿਲਾਪ ਤਾਂ ਸੁਪਨੇ ਵਾਂਗੂ ਹੈ। ਇਹ ਸੁਪਨਾ ਅਖੀਰ ਟੁੱਟਣਾ, ਜੀਵਨ ਮੁੱਕਣਾ, ਜੀਵਨ ਖਤਮ ਹੋ ਜਾਣਾ ਤੇ ਮਾਇਆ ਦੇ ਮੋਹ 'ਚ ਅੰਨਾ ਹੋਇਆ ਜੀਵ ਇੱਥੋਂ ਵਿਅਰਥ ਹੀ ਤੁਰ ਜਾਂਦਾ। ਹੁਣ ਆਈ ਹੈ ਜੇ ਸੰਕ ਦੀ ਗੱਲ, ਜਿਸ ਦੀ ਪੰਕਤੀ ਹੈ ਇਹਦਾ ਪੂਰਾ ਅੰਕ ਅਸੀਂ ਪੜ੍ਹ ਲਈਏ ਤਾਂ ਇਹ ਗੱਲ ਸਾਨੂੰ ਸਮਝ ਆ ਜਾਂਦੀ ਹੈ ਵੀ ਪੂਰਾ ਅੰਕ ਜਿਹੜਾ ਤੀਜਾ ਹੈ, ਇਹ ਤੋਂ ਰਚਨ ਰਚਿਆ ਕਰਤਾਰ, ਵੀ ਇਹ ਜਗਤ ਤਾਂ ਕਰਤਾਰ ਦੀ ਖੇਡ ਰਚੀ ਹੋਈ ਹੈ। ਉਸ ਕਰਤਾਰ ਦੇ ਕਦੇ ਖਤਮ ਨਾ ਹੋਣ ਵਾਲੇ ਹੁਕਮ ਵਿੱਚ ਹੀ ਜੀਵ ਇੱਥੇ ਆਉਂਦੇ ਨੇ ਤੇ ਇੱਥੋਂ ਤੁਰ ਜਾਂਦੇ ਹਨ। ਉਂਝ ਕੋਈ ਵੀ ਇੱਥੇ ਜੀਵ ਆਤਮਾ, ਜਿਹੜਾ ਪੰਕਤੀ ਹੈ ਨਾ, ਜਿਹੜੀ ਸਵਾਲ ਵਾਲੀ ਪੰਕਤੀ ਹੈ, ਨਹਿ ਕੋ ਮੂਆ ਨਾ ਮਰਨੇ ਜੋ, ਕਹਿੰਦੇ ਨੇ ਉਂਝ ਤਾਂ ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਵੀ ਉਂਝ ਤਾਂ ਕੋਈ ਵੀ ਜੀਵ ਆਤਮਾ ਕਦੇ ਮਰਦੀ ਨਹੀਂ, ਉਹ ਨਹੀਂ ਮਰਦੀ ਕਿਉਂਕਿ ਉਹ ਮਰਨ ਜੋਗੀ ਨਹੀਂ, ਪਰਮੇਸ਼ਰ ਦੀ ਹਿੰਸ ਹੈ, ਪਰਮੇਸ਼ਰ ਦਾ ਹਿੱਸਾ ਹੈ। ਕਹੋ ਕਬੀਰ ਰਾਮ ਕੀ ਅੰਸ਼ ਹੈ, ਇਸ ਕਰਕੇ ਉਹਨੇ ਮਰਨਾ ਨਹੀਂ। ਇਹ ਜੀਵ ਆਤਮਾ ਕਦੇ ਨਾਸ ਹੁੰਦੀ ਨਹੀਂ। ਇਸ ਦਾ ਅਸਲਾ ਜੋ ਹੈ ਸਦਾ ਕਾਇਮ ਰਹਿਣ ਵਾਲਾ ਪਰਮੇਸ਼ਰ ਹੈ। ਜਦੋਂ ਇਹਦਾ ਅਸਲਾ ਪਰਮੇਸ਼ਰ ਕਾਇਮ ਰਹਿਣ ਵਾਲਾ ਹੈ ਤਾਂ ਫਿਰ ਇਹ ਵੀ ਨਹੀਂ ਜਾਂਦੀ। ਤੇ ਹੁਣ ਅਖੀਰ ਤੇ ਨਿਰਣਾ ਕਰਤਾ ਗੁਰੂ ਪਾਤਸ਼ਾਹ ਜੀ ਨੇ ਸ਼ਬਦ ਦੇ ਆਖਰੀ ਅੰਕ ਦੇ ਵਿੱਚ, ਕਹਿੰਦੇ ਨੇ ਵੀ ਦੱਸੋ ਬਈ ਵੀ ਤੁਸੀਂ ਜੀਵ ਆਤਮਾ ਨੂੰ ਜਿਹੋ ਜਿਹਾ ਸਮਝ ਰਹੇ ਹੋ ਉਹ ਜਿਹੀ ਹੈ ਨਹੀਂ। ਉਹ ਜੋ ਇਹ ਜਾਣ ਸੋਏ ਨਾ ਹੈ, ਤੁਸੀਂ ਜਿੱਦਾਂ ਦੀ ਸਮਝ ਰਹੇ ਹੋ ਭੁਲੇਖੇ 'ਚ ਪੈ ਕੇ, ਉਹ ਜਿਹਾ ਹੈ ਨਹੀਂ ਹੈ। ਮੈਂ ਉਸ ਮਨੁੱਖ ਤੋਂ ਕੁਰਬਾਨ ਹਾਂ ਜਿਸ ਨੇ ਅਸਲੀਅਤ ਇਹ ਸਮਝ ਲਈ ਹੈ ਕਿ ਵੀ ਆਤਮਾ ਪਰਮਾਤਮਾ ਦੀ ਅੰਸ਼ ਹੈ, ਉਹਨੇ ਮਰਨਾ ਨਹੀਂ, ਉਹਨੇ ਉਹਦੇ 'ਚ ਸਮਾਉਣਾ ਹੈ, ਉਹਦਾ ਅੱਗੇ ਰੰਗ ਹੈ ਕਰਤਾਰ ਦੇ, ਉਹਨੇ ਰੱਖਣਾ ਹੈ, ਭੇਜਣਾ, ਕੀ ਕਰਨਾ, ਇਹ ਸਾਰੀ ਉਹਦੀ ਖੇਡ ਹੈ। ਇਸ ਖੇਡ ਦਾ ਕੋਈ ਅੰਤ ਨਹੀਂ ਪਾ ਸਕਦਾ, ਨਾ ਹੀ ਇਸ ਖੇਡ ਦਾ ਕੋਈ ਅੰਤ ਪਾ ਸਕਦਾ ਹੈ। ਸਤਿਗੁਰੂ ਕਹਿੰਦੇ ਨੇ ਵੀ ਮੇਰਾ ਭੁਲੇਖਾ ਤਾਂ ਗੁਰੂ ਨੇ ਦੂਰ ਕਰ ਦਿੱਤਾ ਕਿ ਉਹ ਜੀਵ ਆਤਮਾ ਦਾ ਜਨਮ ਮਰਨ ਦੇ ਗੇੜ 'ਚ ਨਹੀਂ ਪੈਂਦੀ, ਨਾ ਮੁੜ ਮੁੜ ਕੇ ਜੰਮਦੀ ਹੈ ਨਾ ਮਰਦੀ ਹੈ। ਇਹ ਤਾਂ ਜੇ ਅਸੀਂ ਇੱਕ ਸਵਾਲ ਗੌੜੀ ਰਾਗ 'ਚ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਸ਼ਬਦ ਆਉਂਦਾ ਹੈ ਜਿਹ 'ਚ ਕਹਿੰਦੇ ਨੇ ਪੌਣੇ ਪਾਣੀ ਅਗਨੀ ਕਾ ਮੇਲ, ਚੰਚਲ ਚਪਲ ਬੁੱਧ ਕਾ ਖੇਲ।
9 दरवाजे 10वां द्वार, बुझ रे ज्ञानी ये विचार, कथता बखता सुनता सोई, आप विचारे सो ज्ञानी होई। देही माटी, ਬੋਲੇ ਪੌਣ, ਪੌਣ ਸਵਾਸ, ਸਵਾਸ ਕਿਹੜੇ? ਪਰਮੇਸ਼ਰ ਦੇ। ਇਹਦਾ ਪੌਣ ਅੰਕ ਜਿਹਨੂੰ ਅਸੀਂ ਪੰਜਾਂ ਤੱਤਾਂ ਚੋਂ ਇੱਕ ਤੱਤ ਪੌਣ ਹੈ। ਫਿਰ ਉੱਥੇ ਕਹਿੰਦੇ ਨੇ ਬੁੱਝ ਰੇ ਗਿਆਨੀ, ਮੂਆ ਹੈ ਕੌਣ? ਵਿਗਿਆਨਵਾਨ ਪੁਰਸ਼ ਇਹ ਦੱਸ, ਮਰਿਆ ਕੌਣ? ਕਹਿੰਦੇ ਮਰੀ ਜਿਹੜੇ ਹੰਕਾਰ ਦੀ ਸੋਚ ਸੀ, ਬਾਤ ਦੀ ਸੋਚ ਸੀ। ਜਦੋਂ ਬੰਦਾ ਆਨੰਦ ਦੀਆਂ ਪੌੜੀਆਂ ਤੇ ਚੜ੍ਹਦਾ ਨਾ ਤਾਂ ਫਿਰ ਉਹ ਚੀਜ਼ ਮਰਦੀ ਹੈ। ਬੰਦਾ ਇਹ ਨਹੀਂ ਉਹ ਨਹੀਂ ਮਰਦੀਆਂ ਚੀਜ਼ਾਂ। ਤੇ ਗੁਰੂ ਪਾਤਸ਼ਾਹ ਨੇ ਉਸ ਸ਼ਬਦ ਵਿੱਚ ਵੀ ਮਿਲਾਪ ਦੀ ਗੱਲ ਕੀਤੀ ਹੈ, ਉਹ ਸਾਰੀ ਗੱਲ ਦੱਸੀ ਹੈ। ਤਾਂ ਇਹ ਜਿਹੜਾ ਸ਼ਬਦ ਹੈ, ਇਹ ਗੁਰੂ ਪਾਤਸ਼ਾਹ ਜੀ ਨੇ ਜਿਹੜੀ ਗੱਲ ਸਾਨੂੰ ਸਮਝਾ ਦਿੱਤੀ ਵੀ ਇਹ ਤਾਂ ਨਾ ਇਹ ਬੁੱਢਾ, ਨਾ ਇਹ ਬਾਲਾ, ਨਾ ਇਸ ਦੁੱਖ ਨਹੀਂ ਜਮ ਜਾਲਾ। ਇਹ ਜਿਹੜੀ ਜੀਵ ਆਤਮਾ ਹੈ, ਇਹ ਨਾ ਬੁੱਢੀ ਹੋਣੀ ਹੈ, ਨਾ ਇਹ ਜਵਾਨ ਹੋਣੀ ਹੈ, ਨਾ ਇਹ ਬਾਲਾ ਹੈ, ਨਾ ਇਹਨੂੰ ਦੁੱਖ ਲੱਗਣਾ ਹੈ, ਨਾ ਇਹਨੂੰ ਕੋਈ ਮੌਤ ਆਉਣੀ ਹੈ, ਨਾ ਇਹ ਬਿੰਸੇ ਨਾ ਇਹ ਜਾਏ, ਆਦ ਜੁਗਾਤੀ ਰਿਹਾ ਸਮਾਏ। ਇਹ ਗੌਂਡ ਰਾਗ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਬਦ ਹੈ, ਲੰਬਾ ਸ਼ਬਦ ਹੈ। ਨਾ ਉਸ ਹੁਸਾਨ, ਨਾ ਹੀ ਸੀਤ, ਨਾ ਗਰਮੀ ਹੈ, ਨਾ ਸਰਦੀ ਹੈ, ਨਾ ਇਸ ਦੁਸ਼ਮਣ, ਨਾ ਇਸ ਮੀਤ। पूरा शब्द स्क्रीन पे आप जी पढ़ सकते हो। ना इस हरख नहीं इस सोग, सब कुछ इसका ये करने जोग। ना इस बाप नहीं इस माया, ये अपरंपर होता आया। पाप पुण्य का इस लेप न लागे, घटका दे अंतर सद ही जागे। हुण ये लेप जिहड़ी है जीव आत्मा तां जांदी नहीं है, मरदी नहीं है। तो ये गल स्पष्ट हो जाती है कि आत्मा परम आत्मा परमेश्वर का एक हिस्सा है। जे परम आत्मा खत्म नहीं हुंदा ਤੇ ਇਹ ਆਤਮਾ ਵੀ ਖਤਮ ਨਹੀਂ ਹੁੰਦੀ। ਕਰਤਾਰ ਦੀ ਖੇਡ ਹੈ ਵੀ ਉਹ ਸਾਡੇ ਇਸ ਸਰੀਰ ਦੇ ਸਵਾਸ ਮੁੱਕਣ ਤੋਂ ਬਾਅਦ ਉਹਦੇ ਉਹਦੇ ਵਿੱਚ ਸਮਾਣੀ ਹੈ, ਉਹਨੇ ਅੱਗੇ ਜਨਮ ਮਰਨ ਚ ਪਾਉਣਾ ਹੈ। ਸਾਡੇ ਸੰਸਕਾਰ ਕੀ ਨੇ, ਇਹ ਅਕਾਲ ਪੁਰਖ ਦੀਆਂ ਅਕਾਲ ਪੁਰਖ ਖੇਡਾਂ ਜਾਣਦਾ ਹੈ। ਜਦੋਂ ਇਹ ਖੇਡ ਹੈ ਤੇ ਖੇਡ ਵਾਂਗੂ ਹੀ ਖੇਡਣਾ ਚਾਹੀਦਾ, ਨਾ ਕਿ ਅਸੀਂ ਇਹ ਸੋਚੀਏ ਜੀ ਉਹ ਕੀ ਹੋਏਗਾ ਜੀ, ਕਿੱਥੋਂ ਆਇਆ ਜੀ, ਕਿਸ ਤਰ੍ਹਾਂ ਬਣਿਆ ਜੀ, ਕੀ ਕਹਾਣੀ ਹੈ ਸਾਰੀ। ਅਸਲ ਵਿੱਚ ਇਸ ਕਹਾਣੀ ਨੂੰ ਅਸੀਂ ਸਮਝ ਵੀ ਨਹੀਂ ਸਕਦੇ। जे अंत ना सिफतियां वाली पौड़ी जे जपजी की 24वीं पौड़ी पढ़ते हैं, कहते एवं उच्चा होए कोई तिस उच्चे को जाने सोए। जे को उत्थे होएगा तो समझेगा। साडे वर्गिया ने तो कहानी नूं अजे जिन्ना कि समझिया उन्ना क आप जी नाल साझा कर दिता। तो ये कोई जिहड़ी पंक्ति है, ना को मूआ ना मरने जोग, स्पष्ट आत्मा के बारे विच है। जिहड़ी आत्मा की कहानी जिहड़ी बयान की गई है, ना बिनसे अविनाशी हो गए, उस करतार की खेड़ है। ये तो रचन रचिया करतार है। आवत जात हुक्म अपार है, ਉਹਦਾ हुक्म है। शरीर जाएगा आएगा, लेकिन जोत परम जोत परमेश्वर की जोत है, उसकी खेड है। उन्हें कित्थे रखनी ते किवें टिकाउणी ते की कहानी, ये सारी करते दियां करता ही जानता है। कहो नानक करते की बातां, जो कुछ करना सो कर लिया। ये उसकी है जी, इन्ने की प्रवान करना जी। इस विच होर वाधा किसी के विचार हों तो कर सकते हो। भुल चुक दी क्षमा जी। फतेह बुलाओ। वाहिगुरू जी का खालसा, वाहिगुरू जी की फतेह। ਕਰਤਾਰ ਦੀਆਂ ਖੇਡਾਂ ਕਰਤਾਰ ਹੀ ਜਾਣਦੇ ਆ। ਤੋ ਸਾਧ ਸੰਗਤ ਇਹਦੇ ਬਾਰੇ ਵਿਚਾਰ ਡਿਟੇਲ ਇੱਕ ਲੈਕਚਰ ਵੀ ਹੋਇਆ ਸੀ ਆਤਮਾ ਤੇ, ਉਹਦੇ ਵਿੱਚ ਸਾਰੀਆਂ ਗੱਲਾਂ ਜਿਹੜੀਆਂ ਨੇ ਕਵਰ ਹੋਈਆਂ ਨੇ, ਉਹ ਆਲਰੇਡੀ ਪਹਿਲੇ ਹੋ ਚੁੱਕਾ। ਤੋ ਮੈਂ ਬੇਨਤੀ ਕਰਦੇ ਹਾਂ ਵੀ ਸਮਾਜ ਵਿੱਚ ਵਿਚਰਦੇ ਹਾਂ, ਕੁਝ ਲਾਜ਼ ਹੁੰਦੇ ਨੇ ਤੇ ਕੁਝ ਪ੍ਰੈਕਟਿਸਿਸ ਹੁੰਦੀਆਂ ਨੇ। ਜੇ ਕਈ ਵਾਰ ਕਈ ਪ੍ਰੈਕਟਿਸ ਜਿਹੜੀ ਹੈ ਉਹ ਭਾਵੇਂ ਲਾਅ ਦੇ ਵਿੱਚ ਨਹੀਂ ਹੈ, ਪਰ ਉਹਨੂੰ ਓਵਰਪਾਵਰ ਕਰ ਦਿੰਦੀ ਹੈ ਤੇ ਉਹਨੂੰ ਸੋਸ਼ਲੀ ਐਕਸੈਪਟ ਕੀਤਾ ਜਾਂਦਾ। ਪਰੰਤੂ ਪਰਮਾਰਥ ਵਿੱਚ ਐਸਾ ਨਹੀਂ। ਇੱਥੇ ਪ੍ਰੈਕਟਿਸ ਜਿਹੜੀ ਹੈ ਉਹ ਕੋਈ ਵੀ ਪ੍ਰੈਕਟਿਸ ਭਾਵੇਂ ਸਾਰਾ ਸੰਸਾਰ ਕਿਉਂ ਨਾ ਕਰੇ, ਅਗਰ ਉਹ ਗੁਰਬਾਣੀ ਦੀ ਜੋ ਸਪਿਰਿਟ ਹੈ ਉਹਦੇ ਨਾਲ ਨਹੀਂ ਮਿਲਦੀ, ਗੁਰਬਾਣੀ ਦੀ ਸਪਿਰਿਟ ਨਾਲ ਨਹੀਂ ਮਿਲਦੀ, ਤਾਂ ਉਹ ਐਕਸੈਪਟ ਨਹੀਂ ਹੋ ਸਕਦੀ। ਤਾਂ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਨੇ ਜਿਹੜੀਆਂ ਪ੍ਰਚਲਿਤ ਹੋ ਜਾਂਦੀਆਂ ਨੇ। ਤਾਂ ਇਸੇ ਤਰ੍ਹਾਂ ਜਿਹੜਾ ਇਹ ਸ਼ਬਦ ਹੈ, ਇਹਦੇ ਬਾਰੇ ਵੀ ਕਿਉਂਕਿ ਪ੍ਰਚਲਿਤ ਹੋ ਗਿਆ ਵੀ ਕੋਈ ਪੁਰਾਣੀ ਜਿਸ ਵੇਲੇ ਦੀ ਅੰਤਮ ਸੰਸਕਾਰ ਅੰਤਮ ਅਰਦਾਸ ਹੁੰਦੀ ਹੈ, ਉਹਦੇ 'ਚ ਬਹੁਤੀ ਵਾਰੀ ਇਹੋ ਸ਼ਬਦ ਜਿਹੜਾ ਉਹ ਪੜ੍ਹਿਆ ਜਾਂਦਾ। ਤਾਂ ਹਾਲਾਂਕਿ ਇਹਦਾ ਕੋਈ ਮਤਲਬ ਸਰੀਰ ਦੇ ਮਰਨ ਨਾਲ ਕੋਈ ਸੰਬੰਧ ਹੀ ਨਹੀਂ, ਪਰ ਕਿਉਂਕਿ ਪ੍ਰੈਕਟਿਸ ਹੈ ਨਾ, ਉਹ ਪ੍ਰੈਕਟਿਸ ਹੋ ਗਈ ਹੈ ਤੇ ਉਹ ਇਹਨੂੰ ਇੰਝ ਲੱਗਦਾ ਜਿਵੇਂ ਐਕਸੈਪਟ ਹੋ ਗਈ। ਤਾਂ ਮੈਨੂੰ ਯਾਦ ਹੈ ਕਿ ਕਾਫੀ ਬਹੁਤ ਪੁਰਾਣੀ ਗੱਲ ਹੈ, ਉਸ ਵੇਲੇ ਹਰਜੀਤ ਸਿੰਘ ਜੀ ਜਵਾਨ ਸਨ ਤੇ ਜਲੰਧਰ ਸਾਡੇ ਗੁਰਦੁਆਰਾ ਸਾਹਿਬ ਤੇ ਸੇਵਾ ਲੱਗੀ ਸੀ ਹਰਜੀਤ ਸਿੰਘ ਜੀ ਦੀ, ਮੇਰੀ ਪ੍ਰਭਦਿਆਲ ਸਿੰਘ ਜੀ। ਤੇ ਇਹ ਜਿਹੜਾ ਸ਼ਬਦ ਹੈ, ਕਿਉਂਕਿ ਸਵੇਰੇ ਉੱਥੇ ਹੁੰਦਾ ਸੀ 6 ਤੋਂ ਲੈ ਕੇ ਪੌਣੇ 7 ਤੱਕ ਸਾਡਾ ਪ੍ਰੋਗਰਾਮ ਅੰਮ੍ਰਿਤ ਵੇਲੇ, ਤੇ ਉਹਦੇ ਵਿੱਚ ਇਸ ਸ਼ਬਦ ਦੀ ਮੈਂ ਵਿਆਖਿਆ ਕਰ ਦਿੱਤੀ। ਤੇ ਦੂਜੇ ਦਿਨ ਸੈਕਟਰੀ ਸਾਹਿਬ ਦੇ ਸਾਡੇ ਗੱਲ ਪੈ ਗਏ
ਕਿਉਂਕਿ ਉਹਨੂੰ ਆਲੇ ਦੁਆਲੇ ਸੰਗਤਾਂ ਨੇ ਬੜਾ ਲਾਂਭਾ ਦਿੱਤਾ ਵੀ ਤੁਸੀਂ ਕਿਹੜਾ ਗਿਆਨੀ ਲੈ ਕੇ ਬਿਠਾ ਦਿੱਤਾ, ਸਵੇਰੇ ਸਵੇਰੇ ਮਰਨ ਦੀਆਂ ਗੱਲਾਂ ਕਰੀ ਜਾਂਦਾ। ਮੈਂ ਕਿਹਾ ਮੈਂ ਤੇ ਜੀਣ ਦੀਆਂ ਗੱਲਾਂ ਕੀਤੀਆਂ, ਮਰਨ ਦੀਆਂ ਤੇ ਕੀਤੀਆਂ ਹੀ ਨਹੀਂ। ਪਰ ਖੈਰ ਮੇਰਾ ਮਤਲਬ ਹੈ ਕਿ ਜਿਹੜੀ ਚੀਜ਼ ਪ੍ਰੈਕਟਿਸ ਬਣ ਜਾਏ, ਉਹਨੂੰ ਕਈ ਵਾਰੀ ਇੰਜ ਲੱਗਦਾ ਹੈ ਕਿ ਉਹ ਮਨਾਂ ਤੇ ਐਕਸੈਪਟ ਹੋ ਜਾਂਦੀ, ਹਾਲਾਂਕਿ ਐਕਸੈਪਟ ਨਹੀਂ ਹੁੰਦੀ। ਤਾਂ ਖੈਰ ਮੈਂ ਬੇਨਤੀ ਇਸ ਵੀਰ ਜੀ ਹਰਜੀਤ ਸਿੰਘ ਜੀ ਦਾ ਬੜਾ ਬੜਾ ਧੰਨਵਾਦ ਹੈ, ਤੁਸੀਂ ਬੜੇ ਖੋਲ ਕੇ ਇਹਦਾ ਉੱਤਰ ਦਿੱਤਾ ਹੈ। ਔਰ ਮੈਂ ਬੇਨਤੀ ਕਰ ਰਿਹਾ ਡਾਕਟਰ ਸਾਹਿਬ ਨੂੰ, ਡਾਕਟਰ ਸਾਹਿਬ ਸਿੰਘ ਜੀ ਨੂੰ, ਜਿਨ੍ਹਾਂ ਦਾ ਇਹ ਸਵਾਲ ਆਇਆ ਵੀ ਸਾਨੂੰ ਉਮੀਦ ਹੈ ਵੀ ਇਹ ਆਪ ਜੀ ਨੂੰ ਇਹਦੀ ਠੀਕ ਲੱਗਿਆ ਹੋਏਗਾ। ਨਹੀਂ ਤਾਂ ਆਪ ਜੀ ਫਿਰ ਦੁਬਾਰਾ ਕੋਈ ਕੁਐਸਚਨ ਜਿਹੜਾ ਸਾਨੂੰ ਭੇਜ ਸਕਦੇ ਹੋ। ਧੰਨਵਾਦ ਸਭ ਦਾ। ਤਾਂ ਸਾਧ ਸੰਗਤ ਜੀ ਚੈਟ ਤੇ ਇੱਕ ਬੜਾ ਨਿੱਘਰ ਵਿਚਾਰ ਆਇਆ ਕਿ ਸ਼ਹੀਦੀ ਹਫ਼ਤਾ ਚੱਲ ਰਿਹਾ ਤੇ ਸਾਨੂੰ ਸਾਰਿਆਂ ਨੂੰ ਇਹ ਪ੍ਰਣ ਲੈਣਾ ਚਾਹੀਦਾ ਕਿ ਅਸੀਂ ਕਰਮਕਾਂਡ ਛੱਡ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਨੂੰ ਅਪਣਾਈਏ। ਔਰ ਹੈ ਵੀ ਠੀਕ ਹੈ ਵੀ ਸ਼ਹੀਦੀ ਹਫ਼ਤੇ ਕੇਵਲ ਲੈਕਚਰ ਕਰਕੇ, ਕਥਾ ਕੀਰਤਨ ਕਰਕੇ ਜਾਂ ਲੰਗਰ ਛਕ ਕੇ ਬਣਾ ਕੇ ਉਹ ਸਫੀਸ਼ੀਐਂਟ ਨਹੀਂ, ਉਹ ਬਾਹਰ ਦੀਆਂ ਗੱਲਾਂ ਨੇ। ਅੰਦਰ ਦੀ ਗੱਲ ਇਹ ਹੈ ਕਿ ਆਇਆ ਇਸ ਸ਼ਹੀਦੀ ਹਫ਼ਤੇ ਵਿੱਚ ਸਾਡੇ ਮਨ ਤੇ ਕੀ ਚੋਟ ਲੱਗੀ ਹੈ, ਸਾਡੇ ਅੰਦਰੋਂ ਜਿਹੜੀਆਂ ਖੋਟ, ਕਿੰਨੀ ਖੋਟ ਬਾਹਰ ਆਈ ਹੈ, ਲੋੜ ਹੈ ਖੋਟ ਬਾਹਰ ਕੱਢਣ ਦੀ। ਜੇਕਰ ਇਸ ਤਰ੍ਹਾਂ ਜਿਹੜੇ ਆਪਾਂ ਪਰਬ ਮਨਾਉਂਦੇ ਹਾਂ, ਹਰੇਕ ਪਰਬ ਤੇ ਇਹੋ ਜਿਹਾ ਪ੍ਰਣ ਕਰੀਏ ਕਿ ਅਸੀਂ ਆਪਣੀਆਂ ਵੀਕਨੈਸਸ ਨੂੰ ਖਤਮ ਕਰਦੇ ਜਾਈਏ, ਤੇ ਮੈਨੂੰ ਲੱਗਦਾ ਹੈ ਆਹਿਸਤਾ ਆਹਿਸਤਾ ਕਰਦਿਆਂ ਅਸੀਂ ਵੀ ਮਾਨਸ ਤੋਂ ਦੇਵਤੇ ਬਣ ਸਕਦੇ ਹਾਂ। ਔਖਾ ਨਹੀਂ ਹੈ, ਸਿਰਫ ਇਹਦੇ 'ਚ ਸਾਨੂੰ ਆਪਣੇ ਇਹਦੇ ਸਿਦਕ ਦੀ ਲੋੜ ਹੈ ਔਰ ਇਹਦੇ 'ਤੇ ਚੱਲਣ ਦੀ ਲੋੜ ਹੈ। ਤਾਂ ਇਹ ਜਿਹੜੇ ਵੀਰ ਜੀ ਨੇ ਭੇਜਿਆ ਸਵਾਲ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਇਹ ਭੇਜਿਆ ਜੀ ਜਸਬੀਰ ਸਿੰਘ ਜੀ ਨੇ, ਤਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ, ਤੁਸੀਂ ਇਹ ਗੱਲ ਯਾਦ ਕਰਾਈ ਹੈ। ਤਾਂ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪਾਂ ਇਹ 'ਤੇ ਪ੍ਰਣ ਕਰੀਏ ਕਿ ਇਸ ਹਫ਼ਤੇ 'ਚ ਅਸੀਂ ਆਪਣੇ ਜੀਵਨ ਵਿੱਚ ਕੀ ਇੰਪਰੂਵਮੈਂਟ ਕਰਨੀ ਹੈ। ਤਾਂ ਸਾਧ ਸੰਗਤ ਜੀ ਸਵਾਲ ਤਾਂ ਸਾਡੇ ਕੋਲ ਹੋਰ ਹਨ, ਪਰ ਮੈਂ ਖਿਮਾ ਮੰਗਦਾ ਜਿਨ੍ਹਾਂ ਦੇ ਸਵਾਲ ਨੇ, ਕਿਉਂਕਿ ਸਮਾਂ ਹੋ ਗਿਆ, ਸਵਾਲ ਲੈ ਨਹੀਂ ਜਾ ਸਕਦੇ। ਅਗਲੀ ਵਾਰੀ ਉਹ ਸਵਾਲ ਜਿਹੜੇ ਨੇ, ਜਿਵੇਂ ਹਰ ਵਾਰੀ ਅਸੀਂ ਕਰੀਦੇ, ਰਹਿ ਗਏ ਸਵਾਲ ਜਿਹੜੇ ਨੇ ਅੱਗੇ ਲੈ ਜਾਂਦੇ ਹਾਂ ਔਰ ਦੂਜੇ ਹਫ਼ਤੇ ਕਵਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤਾਂ ਸਵਾਲ ਸਾਡੇ ਕੋਲ ਕੁਝ ਨਵੇਂ ਵੀ ਆਏ ਨੇ, ਕੁਝ ਇਹਨਾਂ 'ਚੋਂ ਵੀ ਇੱਕ ਅੱਧਾ ਸਵਾਲ ਰਹਿ ਗਿਆ, ਤਾਂ ਮੈਂ ਉਹਨਾਂ ਜਿਹਨਾਂ ਦਾ ਸਵਾਲ ਰਹਿ ਗਿਆ ਉਹਨਾਂ ਪਾਸੋਂ ਖਿਮਾ ਮੰਗਦਾ। ਤਾਂ ਅੱਜ ਦਾ ਇਹ ਜੋ ਪ੍ਰੋਗਰਾਮ ਹੈ, ਇਹ ਚਲਾਉਂਦਿਆਂ ਬਹੁਤ ਸਾਰੀਆਂ ਊਣਤਾਈਆਂ ਰਹਿ ਜਾਂਦੀਆਂ ਨੇ, ਤਾਂ ਉਹਨਾਂ ਲਈ ਮੈਂ ਆਪ ਸਭ ਪਾਸੋਂ ਖਿਮਾ ਮੰਗਦਾ। ਔਰ ਆਪ ਜੀ ਦੀ ਜੋ ਐਕਟਿਵ ਪਾਰਟਿਸਿਪੇਸ਼ਨ ਹੈ ਉਹਦੇ ਲਈ ਮੈਂ ਆਪ ਜੀ ਦਾ ਧੰਨਵਾਦ ਕਰਦਾ। ਤਾਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਤੁਸੀਂ ਇਸ ਸੈਸ਼ਨ ਦੇ ਵਿੱਚ ਆਪਣੇ ਸਵਾਲ ਵੀ ਭੇਜੋਗੇ ਤੇ ਅਸੀਂ ਜਵਾਬ ਵੀ ਲੱਭਾਂਗੇ ਔਰ ਤੁਸੀਂ ਸਾਡੀ ਮਦਦ ਵੀ ਕਰੋਗੇ। ਸਾਰੀ ਸੰਗਤ ਸਾਡੀ ਬਹੁਤ ਮਦਦ ਕਰ ਰਹੀ ਹੈ। ਇਸੇ ਤਰ੍ਹਾਂ ਇੱਕ ਦੋ ਹੋਰ ਸੰਗਤ ਦੇ ਮੈਂਬਰਾਂ ਨੇ ਸਾਨੂੰ ਕੁਝ ਆਪਣੀ ਵਾਇਸ ਰਿਕਾਰਡਿੰਗ ਭੇਜੀ ਹੈ, ਉਹ ਵੀ ਆਪਾਂ ਜਿਹੜਾ ਇਸ ਹਫ਼ਤੇ ਸਾਡਾ ਹੋਏਗਾ ਪੈਨਲ ਦੀ ਮੀਟਿੰਗ, ਉਹਦੇ 'ਚ ਡਿਸਕਸ ਕਰਕੇ, ਵਿਚਾਰ ਕਰਕੇ ਉਹ ਵੀ ਆਪਾਂ ਅਗਲੇ ਹਫ਼ਤੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ਤਾਂ ਇੱਕ ਵਾਰੀ ਫਿਰ ਸਾਰੀ ਸੰਗਤ ਦਾ ਧੰਨਵਾਦ ਔਰ ਸਾਰੇ ਪੈਨਲ ਦੇ ਜਿਹੜੇ ਮੇਰੇ ਵੀਰ ਨੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਔਰ ਸਭ ਬੇਨਤੀ ਕਰਾਂਗਾ ਕਿ ਆਓ ਅੰਤ ਵਿੱਚ ਆਪਾਂ ਫਤਿਹ ਸਾਂਝੀ ਕਰੀਏ ਔਰ ਇਸ ਤੋਂ ਬਾਅਦ ਵੀਰ ਜੀ ਆਪਣਾ ਅਗਲਾ ਪ੍ਰੋਗਰਾਮ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਹੁਣੇ ਵੀਰ ਰਾਜਾ ਸਿੰਘ ਜੀ ਨੇ ਗੱਲ ਕੀਤੀ ਹੈ, ਆਪ ਜੀ ਸਾਰੇ ਇਤਿਹਾਸ ਤੋਂ ਵਾਕਿਫ ਹੋ। 20 ਤੇ 21 ਦਸੰਬਰ ਦੀ ਵਿਚਕਾਰਲੀ ਰਾਤ ਜੋ ਬੀਤ ਚੁੱਕੀ ਹੈ, ਕਲਗੀਧਰ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਨੂੰ ਆਖਰੀ ਫਤਿਹ ਬੁਲਾਈ ਸੀ। ਆਨੰਦਗੜ੍ਹ ਦੇ ਕਿਲੇ ਨੂੰ ਖਾਲੀ ਕਰਕੇ ਉਸ ਤੋਂ ਤੇ ਸਰਸਾ ਦੇ ਕੰਢੇ ਦੇ ਉੱਤੇ ਸਤਿਗੁਰੂ ਪਾਤਸ਼ਾਹ ਜੀ ਦੇ ਪਹੁੰਚ ਕੇ ਘੋੜੇ ਦੀ ਵਾਗ ਨੂੰ ਖਿੱਚਿਆ ਕਿ ਗੁਰਸਿੱਖੋ ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ। ਅੱਜ ਅੰਮ੍ਰਿਤ ਵੇਲੇ ਦਾ ਦੀਵਾਨ ਇੱਥੇ ਹੀ ਲੱਗੇਗਾ। ਇੱਕ ਪਾਸੇ ਭਾਈ ਉਦੈ ਸਿੰਘ ਜੀ, ਸਾਹਿਬਜ਼ਾਦਾ ਅਜੀਤ ਸਿੰਘ ਜੀ ਦੁਸ਼ਮਣ ਦਲ ਨਾਲ ਟਾਕਰਾ ਕਰ ਰਹੇ ਹਨ, ਤੇ ਦੂਜੇ ਪਾਸੇ ਨਿਤਨੇਮ ਦਾ ਪਾਠ, ਆਸਾ ਕੀ ਵਾਰ ਦਾ ਕੀਰਤਨ ਸਰਸਾ ਦੇ ਕਿਨਾਰੇ ਤੇ ਹੋ ਗਿਆ। ਜ਼ਰੂਰੀ ਬਾਤ ਸਮਝਣ ਵਾਲੀ ਹੈ ਕਿ ਕਲਗੀਧਰ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਵਿੱਚ ਗੁਰਬਾਣੀ ਨਾਲ ਕਿੰਨਾ ਮੁਹੱਬਤ, ਕਿੰਨਾ ਪਿਆਰ ਸੀ। ਇੱਕ ਪਾਸੇ ਪਤਾ ਹੈ ਦੁਸ਼ਮਣ ਚੜਿਆ ਹੋਇਆ, ਲੇਕਿਨ ਨਿਤਨੇਮ ਔਰ ਆਸਾ ਕੀ ਵਾਰ ਦਾ ਜੋ ਕੀਰਤਨ ਦਾ ਰੋਜ਼ ਦਾ ਸੀ ਮਰਿਆਦਾ ਸੀ, ਉਹਨੂੰ ਭੰਗ ਨਹੀਂ ਹੋਣ ਦਿੱਤਾ। ਸਰਸਾ ਪਾਰ ਕਰਕੇ ਅੱਜ ਕਲਗੀਧਰ ਪਾਤਸ਼ਾਹ ਜੀ ਚਮਕੌਰ ਦੇ ਮੈਦਾਨ ਵਿੱਚ ਸ਼ਾਮ ਤੱਕ, ਜਿਹੜਾ ਇੰਡੀਆ ਦੇ ਮੁਤਾਬਕ ਹੋ ਗਿਆ ਟਾਈਮ, ਇੱਥੋਂ ਦਾ ਸਮਾਂ ਸ਼ਾਮ ਦਾ, ਉੱਥੇ ਜਾ ਕੇ ਚਮਕੌਰ ਦੇ ਮੈਦਾਨ ਦੇ ਵਿੱਚ ਅੱਜ ਸਤਿਗੁਰੂ ਜੀ ਨੇ ਪਹੁੰਚੇ ਹਨ। ਉੱਥੇ ਸਾਹਿਬਜ਼ਾਦੇ ਦੀ ਸ਼ਹੀਦੀ, ਕੱਲ ਅਗਲਾ ਦਿਨ ਜਿਹੜਾ 22 ਤਰੀਕ ਹੈ, ਉਹ ਸਾਹਿਬਜ਼ਾਦੇ ਦੀ ਸ਼ਹਾਦਤ ਦਾ ਦਿਨ ਹੁੰਦਾ ਹੈ। ਤੇ ਗੁਰੂ ਪਾਤਸ਼ਾਹ ਜੀ ਨੇ ਕਿਵੇਂ ਅੱਖਾਂ ਦੇ ਸਾਹਮਣੇ ਆਪਣੇ ਲਾਲਾਂ ਨੂੰ ਸ਼ਹੀਦ ਕਰਾਇਆ, ਇਹ ਸਾਰਾ ਇਤਿਹਾਸ ਆਪਾਂ ਅਗਲੇ ਸਨਿਚਰਵਾਰ ਵੀਰ ਮਨਮੋਹਨ ਸਿੰਘ ਜੀ ਪਾਸੋਂ ਜੋ ਲੈਕਚਰ ਹੈ ਉਹਨਾਂ ਦਾ 26 ਤਰੀਕ ਦਾ, ਉਹਦੇ ਵਿੱਚ ਅਸੀਂ ਸਰਵਨ ਕਰਾਂਗੇ। ਇੱਕ ਐਸਾ ਇਤਿਹਾਸ ਹੈ ਜੋ ਦੁਨੀਆ ਦੇ ਇਤਿਹਾਸ ਵਿੱਚ ਸਾਨੂੰ ਹੋਰ ਕਿਤੇ ਇਤਿਹਾਸ ਨਹੀਂ ਮਿਲਦਾ।
ਇਹੋ ਜਿਹਾ ਇਤਿਹਾਸ ਹੈ ਜਿਹੜਾ ਨਹੀਂ ਮਿਲਦਾ। ਤੋ ਕੱਲ ਦੀ ਕਲਾਸ ਦੇ ਵਿੱਚ ਅਸੀਂ ਓਂਕਾਰ ਬਾਣੀ ਦੀ ਲੜੀਵਾਰ ਵਿਚਾਰ ਅੱਗੇ ਸ਼ੁਰੂ ਕਰਾਂਗੇ। ਉਸ ਤੋਂ ਮੰਗਲਵਾਰ, ਬੁੱਧਵਾਰ, ਵੀਰਵਾਰ ਤੇ ਸ਼ੁੱਕਰਵਾਰ ਗੁਰਬਾਣੀ ਵਿਆਕਰਨ ਤੇ ਸਮਿੱਤਰਵਾਰ ਇਹ ਸ਼ਹੀਦੀ ਪਰੰਪਰਾ ਦਾ ਲੈਕਚਰ ਜਿਹੜਾ ਹੈ ਵੀਰ ਮਨਮੋਹਨ ਸਿੰਘ ਜੀ ਆਪ ਜੀ ਦੇ ਨਾਲ ਸਾਂਝਾ ਕਰਨੀ। ਤੇ ਹੁਣ ਅਗਲੀ ਕਲਾਸ ਜਿਹੜੀ ਹੈ ਉਹ 10 ਵਜੇ ਇੱਥੋਂ ਦੇ ਈਸਟਰਨ ਟਾਈਮ ਮੁਤਾਬਕ ਔਰ ਇੰਡੀਆ ਦੇ ਟਾਈਮ 8:30 ਵਜੇ, ਜਿੱਥੇ ਅੱਜ ਜਗਤ ਅਖਾੜੇ ਦੇ ਉੱਤੇ ਕੁਝ ਜ਼ਰੂਰ ਲੈਕਚਰ ਹੋਏਗਾ, ਜਿਹਦੀ ਦਾਸ ਦੀ ਸੇਵਾ ਜਿੱਥੇ ਹੈ ਉਸ 10 ਵਜੇ ਦੇ ਕਰੀਬ। ਤੋ ਕੁਝ ਸਵਾਲ ਜਵਾਬ ਜਿਹੜੇ ਹੋਣਗੇ ਅਸੀਂ ਹੁਣੇ ਲੈਂਦੇ ਹਾਂ। ਮੈਂ ਬੇਨਤੀ ਕਰਾਂਗਾ MP ਸਿੰਘ ਜੀ ਨੂੰ ਕਿਰਪਾ ਕਰਕੇ ਜੇ ਕੋਈ ਸਵਾਲ ਹਨ ਤਾਂ ਆਪ ਜੀ, ਮਨਿੰਦਰ ਕੌਰ ਜੀ ਹੈ ਜਾਂ ਤੇਂਦਰ ਸਿੰਘ ਜੀ ਨੇ ਹੱਥ ਖੜਾ ਕੀਤਾ ਸੀ, ਵੀ ਕੁਝ ਕਹਿਣਾ ਚਾਹੁੰਦੇ ਨੇ, ਵਿਆਖਿਆ ਡਿਟੇਲ ਦੇਣੀ ਚਾਹੁੰਦੇ ਨੇ, ਤਾਂ ਇਹ ਵੀ ਇਹਨਾਂ ਦੀ ਗੱਲ ਵੀ ਸੁਣ ਲੈਂਦੇ ਹਾਂ। ਤੇ ਮੈਂ ਬੇਨਤੀ ਚਲੋ ਕਰਦਾ ਪਹਿਲੇ ਮਨਿੰਦਰ ਕੌਰ ਜੀ ਨੂੰ ਕਹਿ ਕੇ ਉਹ ਅਨਮਿਊਟ ਕਰ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਮੈਂ ਸ਼ਹੀਦੀ ਸਪਤਾਹ ਦੇ ਉੱਤੇ ਬੱਚਿਆਂ ਕੋਲੋਂ ਨਾ ਇੱਕ ਪੂਰਾ ਲੜੀਵਾਰ ਤਿਆਰ ਕਰਵਾਈ ਹੋਈ ਹੈ, ਤਾਂ ਮੈਂ ਵੀਰ ਜੀ ਨੂੰ ਪਾ ਰਹੀ ਹਾਂ ਤੇ ਮੈਂ ਚਾਹਾਂਗੀ ਜੇ ਠੀਕ ਲੱਗੇ ਤਾਂ ਵੀ ਸ਼ੇਅਰ ਕਰ ਦੇਣ। ਹਰਜੀਤ ਸਿੰਘ ਵੀਰ ਜੀ ਨੂੰ ਮੈਂ ਪਾ ਰਹੀ ਹਾਂ ਉਹਨਾਂ ਨੂੰ, ਕਿਉਂਕਿ ਅਸੀਂ ਤੇ ਪਾ ਨਹੀਂ ਸਕਦੇ ਨਾ, ਤੇ ਵੀਰ ਜੀ ਨੂੰ ਪਾ ਰਹੀ ਹਾਂ। ਤੇ ਜੇ ਉਹ ਠੀਕ ਸਮਝਣ ਤੇ ਸ਼ਹੀਦੀ ਸਪਤਾਹ ਦੇ ਉੱਤੇ ਮੈਂ ਕਲਾਸ ਲੈਣੀ ਆ ਤੇ ਬੱਚਿਆਂ ਕੋਲੋਂ ਤਿਆਰੀ ਕਰਵਾਈ ਹੋਈ। ਤੋ ਇੰਗਲਿਸ਼ ਵਿੱਚ ਵੀ ਨਾਲ ਆਉਂਦਾ ਵੇ ਤੇ ਨਾਲ ਲਿਖ ਕੇ ਇੰਗਲਿਸ਼ ਵਿੱਚ ਵੀ ਆਉਂਦਾ ਵੇ ਔਰ ਨਾਲ ਬੋਲਿਆ ਹੋਇਆ। ਹਾਂਜੀ, ਤੁਹਾਡੇ ਮਿਲ ਗਏ ਨੇ ਜੀ। ਉਹ ਵਿਚਾਰ ਕਰਕੇ ਤੇ ਫਿਰ ਜਿਸ ਤਰ੍ਹਾਂ ਠੀਕ ਸਮਝਣਗੇ ਮੈਂਬਰ ਉਸ ਤਰ੍ਹਾਂ ਪਾ ਦਿਆਂਗੇ ਪੈਨਲ 'ਚ। ਪੂਰੇ ਤੁਹਾਨੂੰ ਇਕੱਠੇ ਪਾ ਦੇਂਗੇ ਆ, ਜੇ ਤੇ 2 ਪਾਏ ਨੇ ਨਾ। ਮੈਂ ਕਿਹਾ ਜੀ ਪੈਨਲ ਵਿੱਚ ਉਹਦੇ ਵਿਚਾਰ ਕਰਕੇ ਉਹਨੂੰ ਦੇਖ ਕੇ ਫਿਰ ਤੁਹਾਨੂੰ ਜੇ ਸਹਿਯੋਗ ਸਮਝਣਗੇ ਪੈਨਲ ਮੈਂਬਰ ਸਾਰੇ ਤਾਂ ਉਹਦੇ 'ਚ ਪਾ ਦਿੱਤਾ ਜਾਏਗਾ। ਹਾਂਜੀ, ਸਰਦਾਰ ਤੇਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜੋ ਗਰੀਬੀ, ਅਮੀਰੀ ਔਰ ਪੀਰੀ ਦੇ ਜੋ ਵਿਚਾਰ ਸਰਦਾਰ ਮਨਮੋਹਨ ਸਿੰਘ ਜੀ ਨੇ ਦਿੱਤੇ ਹਨ, ਮੈਂ ਉਹਨਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਲੇਕਿਨ ਮੈਂ ਉਹਦੇ 'ਚ ਕੁਝ ਐਡ ਕਰਨਾ ਚਾਹੁੰਦਾ ਕਿ ਜਿਹੜੇ ਗਰੀਬੀ ਦੇ ਗੁਣ ਗੁਰਬਾਣੀ ਵਿੱਚੋਂ, ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰਸਿੱਖ ਨੂੰ ਮਿਲਦੇ ਹਨ, ਉਹ ਮੈਦਾਨੇ ਜੰਗ ਅੰਦਰ ਵੀ ਜਿਹੜੀ ਗਰੀਬੀ ਹੈ ਉਸ ਨੂੰ ਛੱਡਿਆ ਨਹੀਂ ਜਾਂਦਾ। ਸਗੋਂ ਜਦੋਂ ਬਹਾਦਰੀ ਦੇ ਨਾਲ ਲੜਾਈਆਂ ਹੁੰਦੀਆਂ ਨੇ ਤਾਂ ਉਹਦੇ ਵਿੱਚ ਜਿਵੇਂ ਭਾਈ ਕਨ੍ਹਈਆ ਜੀ ਦਾ ਸਾਨੂੰ ਐਗਜ਼ਾਮਪਲ ਮਿਲਦਾ ਹੈ ਕਿ ਉਹਨਾਂ ਨੇ ਨਿਮਰਤਾ ਭਾਵ ਜਿਹੜਾ ਹੈ, ਦੂਜਿਆਂ ਦੀ ਸੇਵਾ ਜਿਹੜੀ ਹੈ, ਸੇਵਾ ਦਾ ਭਾਵ ਜਿਹੜਾ ਹੈ ਨਹੀਂ ਛੱਡਿਆ। ਤੋ ਇਸ ਤਰ੍ਹਾਂ ਹੀ ਮੈਦਾਨੇ ਜੰਗ ਦੇ ਅੰਦਰ ਵੀ ਗੁਰੂ ਸਾਹਿਬ ਨੇ ਵੀ ਆਪਣੇ ਆਪੋਨੈਂਟ ਨੂੰ ਪਹਿਲਾਂ ਵਾਰ ਕਰਨ ਦਾ ਉਹਨਾਂ ਨੂੰ ਕਿਹਾ ਵੀ ਪਹਿਲਾਂ ਤੂੰ ਵਾਰ ਕਰ ਲੈ, ਤੇ ਮਗਰੋਂ ਆਪ ਵਾਰ ਉਹਨਾਂ ਨੇ ਕੀਤੇ ਹਨ। ਤੋ ਇਸ ਤਰ੍ਹਾਂ ਜਿਹੜੇ ਗਰੀਬ ਥੱਲੇ ਧਰਤੀ ਦੇ ਡਿੱਗੇ ਹੋਏ ਬਿਨਾਂ ਹਥਿਆਰ ਤੋਂ ਜਿਹੜਾ ਬੰਦਾ ਹੈ ਔਰ ਕਿਸੇ ਔਰਤ ਦੇ ਉੱਪਰ ਜਿਹੜਾ ਹੈ ਹਥਿਆਰ ਚੁੱਕਣ ਤੋਂ ਉਹਨਾਂ ਨੇ ਗੁਰੂ ਕੇ ਸਿੱਖਾਂ ਨੇ ਔਰ ਗੁਰੂਆਂ ਨੇ ਵੀ ਗਰੇਜ਼ ਕੀਤਾ ਹੈ। ਤੋ ਇਹ ਜਿਹੜੇ ਨਿਮਰਤਾ ਦੇ ਜਿਹੜੇ ਗਰੀਬੀ ਦੇ ਗੁਣ ਹਨ, ਇਹ ਨਾਲੋਂ ਨਾਲ ਹੀ ਗੁਰਸਿੱਖ ਦੇ ਅੰਦਰ ਵਰਤਦੇ ਹਨ। ਤੋ ਇੰਨੀ ਮੈਂ ਬੇਨਤੀ ਕਰਨੀ ਸੀ। ਦੂਸਰੀ ਗੱਲ ਜਿਹੜੀ ਸ਼ਹੀਦੀ ਸਪਤਾਹ ਦੀ ਗੱਲ ਹੋ ਰਹੀ ਹੈ, ਮੈਂ ਉਹਦੇ 'ਚ ਆਪਣੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸ਼ਹੀਦੀ ਦੇ ਜਿਹੜੇ ਕਾਰਨ ਹਨ, ਜਿਹੜੇ ਇਸ ਹਫ਼ਤੇ ਦੇ ਅੰਦਰ ਸਾਨੂੰ ਉਹਨਾਂ ਦੇ ਉੱਪਰ ਧਿਆਨ ਦੇਣਾ ਚਾਹੀਦਾ ਹੈ ਕਿ ਉਹ ਕਿੰਨਾ ਕਾਰਨਾਂ ਕਰਕੇ ਸ਼ਹੀਦੀਆਂ ਹੋਈਆਂ ਤੇ ਉਸ ਸ਼ਹੀਦੀਆਂ ਦੇ ਵਿੱਚੋਂ ਕੀ ਸੰਦੇਸ਼ ਜਿਹੜਾ ਹੈ ਉਹ ਗੁਰੂ ਕੇ ਸਿੱਖਾਂ ਨੇ ਲਿਆ, ਗੁਰੂਆਂ ਨੇ ਕਿਵੇਂ ਉਸ ਨੂੰ ਪਲੈਨਿੰਗ ਕੀਤੀ ਤੇ ਆਪਣੀ ਚੜ੍ਹਦੀ ਕਲਾ ਵਿੱਚ ਰਹੇ ਔਰ ਮੌਕਾ ਪੈਣ ਦੇ ਉੱਪਰ ਜਿਨ੍ਹਾਂ ਨੇ ਸਾਡੇ ਤੇ ਜ਼ੁਲਮ ਕੀਤੇ ਉਹਨਾਂ ਤੋਂ ਡਟ ਕੇ ਬਦਲਾ ਵੀ ਲਿਆ ਗਿਆ। ਤੋ ਇਹ ਸ਼ਹੀਦੀ ਜਿਹੜੇ ਸਪਤਾਹ ਹਨ, ਇਹਨੇ ਸਾਨੂੰ ਕੋਈ ਟਹਿਨੀਆਂ ਕਲਾ ਨਹੀਂ ਲੈਣੀਆਂ ਚਾਹੀਦੀਆਂ ਕਿ ਸ਼ਹੀਦੀਆਂ ਹੋ ਗਈਆਂ ਹਨ ਤੇ ਸਾਨੂੰ ਮਤਲਬ ਹੈ ਕਿ ਨੀਵਾਂ ਹੋ ਕੇ ਬਹਿ ਜਾਣਾ ਚਾਹੀਦਾ ਹੈ, ਮਤਲਬ ਬਿਲਕੁਲ ਸਿਰ ਮੂੰਹ ਸੁੱਟ ਕੇ ਬਹਿ ਜਾਣਾ ਚਾਹੀਦਾ ਹੈ। ਇਹੋ ਜਿਹੇ ਵਿਚਾਰ ਸਾਡੇ ਮਨ ਵਿੱਚ ਨਹੀਂ ਆਉਣੇ ਚਾਹੀਦੇ, ਸਗੋਂ ਚੜ੍ਹਦੀ ਕਲਾ ਵਿੱਚ ਆਉਣੇ ਚਾਹੀਦੇ ਨੇ। ਜਿਵੇਂ ਗੁਰੂ ਸਾਹਿਬ ਵੀ ਚੜ੍ਹਦੀ ਕਲਾ ਵੀ ਰੱਖੇ ਸਨ ਕਿ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਤੋ ਇਹੋ ਜਿਹੜੇ ਵਿਚਾਰ ਹਨ ਅੱਗੋਂ ਖਦਰਾਣੇ ਦੀ ਢਾਬ ਤੇ ਜਿਵੇਂ ਮਨਮੋਹਨ ਸਿੰਘ ਜੀ ਨੇ ਕਿਹਾ ਹੈ, ਜੋ ਦੁਬਾਰਾ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵੀ ਜਾ ਕੇ ਗੁਰੂ ਸਾਹਿਬ ਨੇ ਦੁਬਾਰਾ ਖਾਲਸੇ ਨੂੰ ਇਕੱਤਰ ਕੀਤਾ ਤੇ ਅੰਮ੍ਰਿਤ ਸੰਚਾਰ ਕੀਤਾ। ਤੋ ਇਹ ਚੜ੍ਹਦੀ ਕਲਾ ਵਾਲੇ ਜਿਹੜੇ ਚੀਜ਼ਾਂ ਹਨ, ਇਹ ਸਾਨੂੰ ਇਹਨਾਂ ਸਾਕਿਆਂ ਚੋਂ ਸਿੱਖਣੇ ਚਾਹੀਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।